ਮੀਤ। ਸਾਧ ਗੁਰਮੁਖ ਜਨਾਂ ਦੇ ਸੰਗ ਵਿੱਚੋਂ ਦੁਸ਼ਮਣ ਸਾਰੇ ਮਿੱਤਰ ਹੋ ਗਏ। ਹੁਣ ਮੇਰਾ ਕੋਈ ਦੁਸ਼ਮਣ ਨਹੀਂ ਰਿਹਾ। ਵਿਤਕਰਾ ਵੈਰ ਵਿਰੋਧ ਧਨ ਤੱਕ ਹੁੰਦਾ, ਤਨ ਤੱਕ ਹੁੰਦਾ, ਚਲੋ ਇਹ ਮਨ ਤੱਕ ਵੀ ਚਲਾ ਜਾਂਦਾ ਹੈ। ਇਸ ਤੋਂ ਅੱਗੇ ਇਸ ਦਾ ਪ੍ਰਭਾਵ ਨਹੀਂ ਪੈਂਦਾ। ਜਿਹੜਾ ਮਨ ਦੇ ਤਲ ਤੋਂ ਵੀ ਅੱਗੇ ਚਲਾ ਜਾਂਦਾ ਹੈ, ਉੱਥੇ ਕੋਈ ਵੈਰ ਵਿਰੋਧ ਨਹੀਂ। ਸਰੀਰਾਂ ਦੇ ਤਲ 'ਤੇ ਵੇਖੋ ਵਾਦ ਘਾਟ ਫਰਕ ਹੈ, ਆਤਮਾ ਦੇ ਤਲ 'ਤੇ ਕੋਈ ਫਰਕ ਨਹੀਂ ਹੈ। ਸਰੀਰਾਂ ਦੀ ਬਣਤਰ ਵੱਖਰੀ ਹੋਏਗੀ, ਕਰਮ ਵੱਖਰੇ ਹੋਣਗੇ, ਰੂਪ ਵੱਖਰਾ ਹੋਏਗਾ, ਪਰ ਆਤਮ ਦਾ ਕੋਈ ਵਖਰੇਵਾਂ ਨਹੀਂ ਹੈ। ਭਾਂਡਿਆਂ ਦਾ ਫਰਕ ਹੋਏਗਾ, ਮਿੱਟੀ ਦਾ ਫਰਕ ਨਹੀਂ ਹੈ। ਗਹਿਣਿਆਂ ਦਾ ਫਰਕ ਹੋਏਗਾ, ਸੋਨੇ ਦਾ ਫਰਕ ਨਹੀਂ ਹੈ। ਸੋ ਜਿਹੜਾ ਆਪਣੇ ਉਸ ਪਰਮ ਤੱਤ ਦੀ ਅਵਸਥਾ ਵਿੱਚ ਪਹੁੰਚਦਾ ਹੈ ਗੁਰਮੁਖ ਪਿਆਰਿਆਂ ਦੇ ਸੰਗ ਵਿੱਚੋਂ, ਫਿਰ ਉੱਥੇ ਸਾਧ ਸੰਗ ਦੁਸ਼ਮਣ ਸਭ ਮੀਤ। ਉੱਥੇ ਜਿਹੜੇ ਪਹਿਲੋਂ ਦੁਸ਼ਮਣ ਪ੍ਰਤੀਤ ਹੁੰਦੇ ਹੋਣਗੇ, ਸਾਰੇ ਮਿੱਤਰ ਬਣ ਜਾਂਦੇ ਨੇ। ਸਾਧ ਕੈ ਸੰਗ ਮਹਾ ਪੁਨੀਤ। ਪੁਨੀਤ ਦਾ ਅਰਥ ਹੈ ਪਵਿੱਤਰਤਾ। ਪਵਿੱਤਰਤਾ ਬੜੀ, ਮਹਾਂ ਦਾ ਅਰਥ ਹੈ ਮਹਾਨ। ਉਹ ਪਵਿੱਤਰਤਾ ਬਹੁਤ ਮਹਾਨ ਹੈ, ਜਿਹੜੀ ਪਵਿੱਤਰਤਾ ਸਾਡੇ ਮਨ ਬੁੱਧ ਚਿੱਤ ਵਿੱਚ ਵਰਤਦੀ ਹੈ। ਸਰੀਰਾਂ ਦੀ ਸਫਾਈ ਨੂੰ ਬਾਣੀ ਨੇ ਕਿਤੇ ਵੀ ਪਵਿੱਤਰਤਾ ਨਹੀਂ ਕਿਹਾ। ਸਰੀਰ ਦਾ ਧੋ ਲੈਣਾ ਇੱਕ ਸਫਾਈ ਦਾ ਪ੍ਰਤੀਕ ਹੈ, ਪਵਿੱਤਰਤਾ ਦਾ ਪ੍ਰਤੀਕ ਨਹੀਂ ਹੈ। ਤਾਂ ਹੀ ਤੇ ਬਾਣੀ ਨੇ ਕਿਹਾ ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢੁਕ ਨਹਾਵੈ, ਜੈਸੇ ਮੇਂਢੁਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੈ। ਗੁਰਦੇਵ ਕਹਿੰਦੇ ਜੇ ਪਾਣੀ 'ਚੋਂ ਪਵਿੱਤਰਤਾ ਹੁੰਦੀ, ਫਿਰ ਤਾਂ ਡੱਡੂ ਸਭ ਤੋਂ ਵੱਡਾ ਪਵਿੱਤਰ ਹੋਣਾ ਸੀ। ਉਸ ਤੋਂ ਵੱਡੀ ਪਵਿੱਤਰਤਾ ਫਿਰ ਕਿਹਦੇ ਕੋਲ ਹੋਏਗੀ? ਜਿਹੜਾ ਪਾਣੀ 'ਚ ਪਤਾ ਨਹੀਂ ਇੱਕ ਦਿਨ ਵਿੱਚ ਕਿੰਨੀਆਂ ਕੁਟੁੰਬੀਆਂ ਮਾਰਦਾ ਹੋਏਗਾ। ਗੁਰਬਾਣੀ ਨੇ ਬਿਲਕੁਲ ਸਪਸ਼ਟ ਕਿਹਾ ਪਵਿੱਤਰਤਾ ਬਹੁਤ ਵੱਡੀ ਦਾਤ ਹੈ। ਜਦੋਂ ਕਿਸੇ ਦੇ ਵਿਚਾਰ ਪਵਿੱਤਰ ਹੋਣ, ਕਿਸੇ ਦੀ ਸੋਚ ਪਵਿੱਤਰ ਹੋਏ, ਕਿਸੇ ਦਾ ਨਜ਼ਰੀਆ ਪਵਿੱਤਰ ਹੋਏ, ਕਿਸੇ ਦਾ ਮਨ ਪਵਿੱਤਰ ਹੋਏ, ਸਭ ਤੋਂ ਸ੍ਰੇਸ਼ਟ ਪਵਿੱਤਰਤਾ ਹੈ। ਉਹ ਫਿਰ ਪਿੱਟਿਆ ਨਹੀਂ ਕਦੇ ਵੀ ਜਾਂਦਾ। ਜਿਹਨੂੰ ਐਸੀ ਪਵਿੱਤਰਤਾ ਮਿਲਦੀ ਹੈ, ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਦੀ ਪਹਿਲੀ ਰਾਤ ਦੀਪਾਲਪੁਰ ਕੋੜੀ ਦੀ ਝੁੱਗੀ ਵਿੱਚ ਬਤੀਤ ਕੀਤੀ ਸੀ। ਜਿਸ ਕੋੜੀ ਲਾਗੇ ਕੋਈ ਧਰਮੀ ਬਾਣੇ ਵਾਲਾ ਨਹੀਂ ਸੀ ਆਉਂਦਾ ਵੀ ਪਿੱਟੇ ਜਾਵਾਂਗੇ, ਇਹ ਅਛੂਤ ਹੈ। ਧੰਨ ਗੁਰੂ ਨਾਨਕ ਸਾਹਿਬ ਇੱਕ ਰਾਤ ਉੱਥੇ ਅੰਮ੍ਰਿਤ ਬਾਣੀ ਦਾ ਗਾਇਨ ਕਰਦੇ ਰਹੇ। ਜਿਹੜੀ ਪਵਿੱਤਰਤਾ ਸਤਿਗੁਰ ਦੇ ਜੀਵਨ ਦੇ ਵਿੱਚ ਸੀ, ਸਾਹਿਬ ਨੇ ਉਸ ਜਿਹਦਾ ਨਾਮ ਨੁਰੰਗਾ ਹੈ, ਤੇ ਸਾਹਿਬ ਨੇ ਕਿਹਾ ਸੀ ਮਰਦਾਨਿਆਂ ਘਬਰਾ ਨਾ, ਇਹ ਸਰੀਰ ਦਾ ਕੋੜ ਲੱਗਾ ਕੋਈ ਗੱਲ ਨਹੀਂ, ਪਰ ਜਿਨ੍ਹਾਂ ਨੂੰ ਜਾਤਾਂ ਪਾਤਾਂ ਦੇ ਹੰਕਾਰ ਦੇ ਕੋੜ ਲੱਗ ਜਾਂਦੇ ਨੇ ਉਹ ਨਹੀਂ ਉਤਰਦੇ। ਇਹ ਤੇ ਸਰੀਰ ਦਾ ਕੋੜ ਹੈ। ਸਤਿਗੁਰ ਨੇ ਇਸ਼ਨਾਨ ਕਰਾਇਆ, ਸੋਹਣੇ ਬਸਤਰ ਉਹਨੂੰ ਪਵਾਏ। ਵੇਖੋ ਸਰੀਰਾਂ ਦੀ ਬਿਮਾਰੀ ਮਿਟ ਗਈ, ਸਰੀਰਾਂ ਦੇ ਕੋੜ ਮਿਟ ਜਾਂਦੇ ਨੇ, ਸਰੀਰਾਂ ਦੀ ਮੈਲ ਲਹਿ ਜਾਂਦੀ ਹੈ। ਜਾਤਾਂ ਪਾਤਾਂ ਦੇ, ਹੰਕਾਰ ਦੇ, ਮਾਣ ਵਡਿਆਈ ਦੇ ਉਹ ਜਿਹੜੇ ਕੋੜੀ ਹੋ ਜਾਂਦੇ ਨੇ, ਉਹ ਨਹੀਂ ਕਦੇ ਬਦਲਦੇ। ਤੋ ਬੜੀ ਵੱਡੀ ਪਵਿੱਤਰਤਾ ਹੈ। ਜਿਹੜਾ ਮਨ ਪਵਿੱਤਰ ਹੋਏ ਉਹ ਪਿੱਟਿਆ ਨਹੀਂ ਕਦੇ ਜਾਂਦਾ। ਉਹ ਕਿਸੇ ਗਰੀਬ ਨਾਲ ਮਿਲ ਕੇ ਨਹੀਂ ਪਿੱਟਿਆ ਜਾਏਗਾ। ਉਹ ਜਿੱਥੇ ਵੀ ਰਹੇ, ਧੰਨ ਗੁਰੂ ਨਾਨਕ ਸਾਹਿਬ ਜਿੱਥੇ ਗਏ ਤਵਾ ਪਰਾਤ ਥੋੜ੍ਹਾ ਲੈ ਕੇ ਗਏ ਸੀ ਘਰੋਂ।
ਇੱਕ ਭਾਈ ਮਰਦਾਨਾ ਸੀ, ਇੱਕ ਨਾਲ ਰਬਾਬ ਹੈ, ਇੱਕ ਧੰਨ ਗੁਰੂ ਨਾਨਕ ਸਾਹਿਬ ਰੱਬੀ ਰੂਪ ਨੇ, ਤਿੰਨ ਜਾਣੇ ਨੇ। ਹਾਂ, ਭਾਈ ਗੁਰਦਾਸ ਨੇ ਵੀ ਹਵਾਲਾ ਭਰਿਆ, ਗੁਰੂ ਨਾਨਕ ਦੇ ਕੋਲ ਇੱਕ ਪੋਥੀ ਹੈ, ਇੱਕ ਪੋਥੀ ਹੈ। ਜੇ ਕੋਈ ਗੁਰੂ ਨਾਨਕ ਦਾ ਸਿੱਖ ਹੈ, ਉਹਦੇ ਕੋਲ ਵੀ ਪੋਥੀ ਹੋਏ, ਉਹਦੇ ਕੋਲ ਵੀ ਕਾਪੀ ਪੈਨ ਹੋਣਾ ਚਾਹੀਦਾ। ਚੰਗੀ ਵਿਚਾਰ, ਚੰਗਾ ਖਿਆਲ ਉਹਨੂੰ ਲਿਖੇ, ਜੀਵਨ ਵਿੱਚ ਵਸਾਉਣਾ ਕਰੇ। ਤੇ ਗੁਰੂ ਨਾਨਕ ਨੇ ਕੋਈ ਨਾਲ ਤਵਾ ਪਰਾਤ ਨਹੀਂ ਸੀ ਲਈ। ਵੀ ਤੁਸੀਂ ਸੁਣਿਆ ਕਦੇ ਵੀ ਗੁਰੂ ਨਾਨਕ ਆਪਣੇ ਬਾਟੇ ਨਾਲ ਲੈ ਕੇ ਗਿਆ ਹੋਏਗਾ? ਨਹੀਂ। ਜਿਨ੍ਹਾਂ ਨੂੰ ਅੰਦਰ ਦੀ ਸੁੱਚ ਮਿਲਦੀ ਉਹ ਕਦੇ ਪਿੱਟੇ ਨਹੀਂ ਜਾਂਦੇ। ਜਿਹੜੇ ਅੰਦਰ ਤੋਂ ਪਿੱਟੇ ਹੋਏ ਨੇ, ਬਾਹਰ ਦੇ ਪਾਣੀ ਨਾਲ ਕਦੇ ਨਹੀਂ ਉਹ ਨਿਰਮਲ ਹੋ ਸਕਦੇ, ਕਦੇ ਵੀ। ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਹਿਰਦੇ 'ਚ ਮਾਲਕ ਦਾ ਵਾਸਾ ਹੈ, ਸਾਹਿਬ ਕਹਿੰਦੇ ਬੜੇ ਸੁੱਚੇ ਨੇ, ਉਹਨਾਂ ਦੇ ਅੰਦਰ ਬੜੀ ਨਿਰਮਲਤਾਈ ਹੈ। ਗੁਰਦੇਵ ਕਹਿੰਦੇ ਸਾਧੂ ਕੈ ਸੰਗ ਮਹਾ ਪੁਨੀਤ, ਬਹੁਤ ਵੱਡੀ ਪਵਿੱਤਰਤਾ ਹੈ ਜਿਹੜੀ ਮਨ ਬਚ ਕਰਮ ਰੂਪ ਦੇ ਅੰਦਰ ਵਰਤੀ ਹੈ। ਸਾਧ ਸੰਗ ਕਿਸਿਓ ਨਹੀਂ ਬੈਰ, ਜਿੱਥੇ ਸਾਧੂ ਦਾ ਸੰਗ, ਗੁਰਮੁਖਾਂ ਦਾ, ਗੁਰੂ ਸਾਨੂੰ ਇਹੀ ਦੱਸਦਾ ਭਾਈ ਕਿਸੇ ਨਾਲ ਵੈਰ ਨਾ ਕਰੀ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ। ਵੇਖੋ ਉੱਥੇ ਸਾਧੂ ਦੇ ਸੰਗ ਵਿੱਚੋਂ ਕਿੱਡੀ ਵੱਡੀ ਜੀਵਨ ਦੀ ਦਾਤ ਮਿਲੀ ਹੈ। ਸਗਲ ਸੰਗ ਹਮਕੋ ਬਣਾਈ। ਸਾਰੇ ਸਾਡੇ ਸੰਗੀ ਨੇ, ਸਾਰੇ ਸਾਡੇ ਭੈਣ ਭਰਾ ਰੱਬ ਦੇ ਬਣਾਏ ਜੀ ਨੇ। ਤੋ ਜਦੋਂ ਸਾਧੂ ਦਾ, ਗੁਰੂ ਦਾ, ਗੁਰਮੁਖ ਜਨਾਂ ਦਾ ਸੰਗ ਮਿਲਦਾ ਹੈ, ਸਾਧ ਸੰਗ ਕਿਸ ਸਿਉ ਨਹੀਂ ਬੈਰ, ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜੁਨ ਦੇਵ ਸਾਹਿਬ। ਠੀਕ ਹੈ, ਗੁਰੂ ਨਾਲ ਵੈਰ ਜਿੰਨੇ ਮਰਜ਼ੀ ਕਮਾਇਆ, ਪਰ ਗੁਰੂ ਵੈਰ ਨਹੀਂ ਅੱਗੋਂ ਕਮਾਉਂਦਾ। ਗੁਰੂ ਵੈਸਾ ਸਲੂਕ ਨਹੀਂ ਕਰਦਾ। ਗੁਰੂ ਦਾ ਆਪਣਾ ਸੁਭਾਅ ਹੈ। ਕੋਈ ਮਹਾਂਪੁਰਖ ਪਾਣੀ ਪੀਣ ਲੱਗੇ, ਹੱਥ ਵਿੱਚ ਕੁਝ ਲੜਿਆ, ਵੇਖਿਆ ਬਿੱਛੂ ਹੈ, ਬਾਹਰ ਕੱਢਣਾ ਚਾਹਿਆ, ਫਿਰ ਡੰਗ ਮਾਰਿਆ, ਫਿਰ ਡਿੱਗ ਗਿਆ, ਫਿਰ ਕੱਢਣਾ ਚਾਹਿਆ, ਫਿਰ ਡਿੱਗ ਗਿਆ। ਨਾਲ ਦੇ ਸਾਥੀ ਕਹਿਣ ਲੱਗੇ, ਮਹਾਂਪੁਰਖੋ ਕਿਉਂ ਇੱਦਾਂ ਕਰਦੇ ਹੋ? ਤੁਹਾਨੂੰ ਡੰਗ ਮਾਰਦਾ, ਤੁਸੀਂ ਬਚਾ ਰਹੇ ਹੋ। ਰੱਬ ਦਾ ਪਿਆਰਾ ਕਹਿਣ ਲੱਗਾ, ਇਹਦਾ ਸੁਭਾਅ ਹੈ ਡੰਗ ਮਾਰਨਾ, ਸਾਡਾ ਸੁਭਾਅ ਹੈ ਡੁੱਬਦੇ ਨੂੰ ਬਚਾਉਣਾ। ਜਿੱਥੇ ਦੁਨੀਆ ਨੇ ਆਪਣਾ ਸੁਭਾਅ ਨਹੀਂ ਛੱਡਿਆ, ਉੱਥੇ ਗੁਰੂ ਰੱਬ ਦੇ ਪਿਆਰਿਆਂ ਨੇ, ਅੱਗ ਨੇ ਆਪਣਾ ਸੁਭਾਅ ਨਹੀਂ ਛੱਡਿਆ, ਤਵੀ ਨੇ ਆਪਣਾ ਸੁਭਾਅ ਨਹੀਂ ਛੱਡਿਆ। ਵੇਖੋ ਪਾਣੀ ਉਬਲਦਾ, ਆਪਣਾ ਸੁਭਾਅ ਨਹੀਂ ਛੱਡਿਆ। ਗੁਰੂ ਅਰਜੁਨ ਦੇਵ ਜੀ ਨੇ ਆਪਣਾ ਸੁਭਾਅ ਨਹੀਂ ਛੱਡਿਆ, ਨਹੀਂ ਕਲਪੇ। ਮਹੀਨਾ ਵੀ ਤੱਤਾ ਹੈ, ਅੱਗ ਵੀ ਤੱਤੀ ਹੈ, ਲੋਹ ਵੀ ਤੱਤੀ ਹੈ, ਪਾਣੀ ਵੀ ਤੱਤਾ ਹੈ, ਚੰਦੂ ਵੀ ਤੱਤਾ ਹੈ। ਚੰਦੂ ਚੰਦਰਾ ਚੰਦ ਚੜਾਉਣ ਲੱਗਾ, ਕਹਿੰਦਾ ਲੋਹ ਨੂੰ ਤੁਸੀਂ ਤਪਾਓ ਛੇਤੀ, ਸੂਰਜ ਲਾਹ ਕੇ ਤੇ ਪੀ ਕੇ ਰੇਤ ਉਸ ਦੀ ਅਰਜਨ ਗੁਰੂ ਦੇ ਸਿਰ 'ਚ ਪਾਓ ਛੇਤੀ। ਕਿੰਨਾ ਤੱਤਾ ਸੀ, ਪਰ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜੁਨ ਦੇਵ ਸਾਹਿਬ ਨਹੀਂ ਕਲਪੇ। ਅਸੀਂ ਤੇ ਘਰ ਦੇ ਜੀਆਂ 'ਚ ਹੀ ਕਲਪੇ ਰਹਿੰਦੇ ਹਾਂ। ਸੱਚ ਜਾਣੇ ਹੋ, ਸਾਨੂੰ ਕਈ ਵਾਰ ਘਰ ਦੇ ਜੀ ਹੀ ਵੈਰੀ ਪ੍ਰਤੀਤ ਹੁੰਦੇ ਨੇ। ਉਹ ਤੇ ਬਹੁਤ ਵੱਡੀ ਅਵਸਥਾ ਹੈ ਜਿੱਥੇ ਸਾਰੀ ਦੁਨੀਆ ਇੱਕੋ ਜਿਹੀ ਪ੍ਰਤੀਤ ਹੋਣ ਲੱਗ ਪਏ। ਤੂੰ ਬਾਣੀ ਪੜ੍ਹਨੀ ਹੈ ਤਾਂ ਇਹ ਤੇ ਸਿੱਖਣਾ ਕਿੰਨਾ ਕੁਝ ਸਤਿਗੁਰਾਂ ਨੇ ਸੁਖਮਨੀ ਸਾਹਿਬ ਦੇ ਵਿੱਚ ਪਰੋਸ ਕੇ ਸਾਨੂੰ ਦਿੱਤਾ। ਬਸ ਆਪਾਂ ਸਮਾਂ ਰੱਖਿਆ ਵੀ 1.25 ਘੰਟਾ 45 ਮਿੰਟ, ਸਮਝਣਾ ਨਹੀਂ ਹੈ। ਮੈਂ ਕੱਲ੍ਹ ਬੇਨਤੀ ਕਰ ਰਿਹਾ ਸਾਂ, ਅੱਜ ਕੱਲ੍ਹ ਫਾਸਟ ਫੂਡ ਦਾ ਜ਼ਮਾਨਾ ਆ ਗਿਆ। ਦੱਸਦਾ ਹੈ ਵੀ ਬੰਦੇ ਕੋਲ ਸਮਾਂ ਨਹੀਂ ਹੈ। ਫਾਸਟ ਫੂਡ ਆ ਗਏ, ਰੈਡੀਮੇਡ ਕੱਪੜੇ ਆ ਗਏ, ਅਤੇ ਬਣਿਆ ਬਣਾਇਆ ਪਾਠ ਕੀਰਤਨ ਵੀ ਆ ਗਏ। ਠੀਕ ਹੈ, ਸੰਸਾਰਕ ਤੌਰ 'ਤੇ ਤੁਸੀਂ ਬਣਿਆ ਬਣਾਇਆ ਭੋਜਨ ਲੱਭ ਲਓ, ਸੀਤੇ ਸਤਾਏ ਕੱਪੜੇ ਲੱਭ ਲਓ, ਧਰਮ ਕਦੇ ਬਣਿਆ ਬਣਾਇਆ ਨਹੀਂ ਮਿਲਣਾ।
ਇੱਥੇ ਧਰਮੀ ਬਣਨਾ ਪੈਂਦਾ ਹੈ, ਆਪ ਬਣਨਾ ਪੈਣਾ। ਜੇ ਫਾਸਟ ਫੂਡ ਆ ਗਿਆ, ਸਮਾਂ ਸਾਡੇ ਕੋਲ ਨਹੀਂ ਰਿਹਾ, ਬੜਾ ਕੁਝ ਸੰਸਾਰ 'ਚੋਂ ਮਿਲ ਗਿਆ ਪਰ ਧਾਰਮਿਕ ਜਗਤ ਵਿੱਚੋਂ ਨਹੀਂ ਮਿਲਣਾ। ਤੋ ਬੜਾ ਕੁਝ ਮੈਂ ਬੇਨਤੀ ਕਰ ਰਿਹਾ ਬਾਣੀ ਅੰਦਰ, ਥੋੜ੍ਹਾ ਜਿਹਾ ਧੀਰਜ, ਥੋੜ੍ਹਾ ਜਿਹਾ ਸਹਿਜ, ਥੋੜ੍ਹੀ ਜਿਹੀ ਇਕਾਗਰਤਾ। ਕਦੇ ਵੀ ਵੇਖਿਆ ਕਰੀਏ ਪੜ੍ਹਦੇ ਕੀ ਹਾਂ, ਕਿਤਨੇ ਸਾਧਨ ਨੇ ਸਾਡੇ ਕੋਲ, ਪਾਠ ਕਰਦੇ ਹਾਂ ਸੁਖਮਨੀ ਸਾਹਿਬ ਦਾ। ਕਦੇ ਇਹ ਵੀ ਵਿਚਾਰਿਆ ਕਰੀਏ ਵੀ ਰੋਜ਼ ਮੈਂ ਇੱਕ ਅਸ਼ਟਪਦੀ, ਚਲੋ ਇੱਕ ਪਦਾ ਹੋਏ, ਜਿੰਨਾ ਵੀ ਹੋਏ ਉਹਦੇ ਅਰਥ ਹੀ ਵਿਚਾਰਨੇ ਨੇ। ਕਿੰਨਾ ਕੁਝ ਪਰੋਸ ਕੇ ਸਤਿਗੁਰਾਂ ਨੇ ਸਾਡੇ ਜੀਵਨ ਪ੍ਰਥਾਏ, ਜਿਹਨੂੰ ਆਪਾਂ ਵੇ ਆਫ ਲਾਈਫ ਕਹੀਏ, ਕਿੱਡੀ ਵੱਡੀ ਮਹਾਨ ਜੀਵਨ ਦੀ ਜੁਗਤ ਹੈ, ਬਾਣੀ ਦੇ ਵਿੱਚ ਛਿਪੀ ਹੋਈ ਹੈ। ਤੋ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ, ਪਰਿਵਾਰਾਂ ਦੇ, ਸਮਾਜ ਦੇ, ਸੰਸਾਰ ਦੇ, ਜੀਵਨ ਦੇ। ਜਿੱਥੇ ਗੁਰਦੇਵ ਜੀ ਇਹ ਕਿਰਪਾ ਕਰਦੇ ਨੇ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਸੰਗਤ ਵਿੱਚ ਕੋਈ ਵੈਰ ਨਹੀਂ ਹੈ। ਜਿਸ ਨੌ ਨੇ ਸੱਸ ਨੇ ਬਾਣੀ ਪੜ੍ਹ ਲਈ, ਫਿਰ ਕਿੱਥੇ ਝਗੜਾ ਰਹਿ ਜਾਣਾ। ਤੇ ਪੜ੍ਹੀ ਹੈ, ਫਿਰ ਜੇ ਮਾਣੀ ਨਹੀਂ, ਫਿਰ ਠੀਕ ਹੈ, ਚੱਲ ਰਿਹਾ ਕਰਮ। ਜਿੱਥੇ ਵਾਕਿਆ ਹੀ ਇਹ ਦਾਤ ਬਖਸ਼ਿਸ਼ ਹੁੰਦੀ ਹੈ ਜੀਵਨ ਦੇ ਅੰਦਰ, ਫਿਰ ਸਾਧ ਕਹਿ ਸੰਗ ਨਹੀਂ ਬੀਂਗਾ ਪੈਰ। ਥੋੜ੍ਹਾ ਜਿਹਾ ਨਾਸਕੀ ਉਚਾਰਨ ਕਰਨਾ ਹੈ ਤਾਂ ਬੀਂਗਾ, ਬੀਂਗਾ ਦਾ ਅਰਥ ਹੈ ਟੇਢਾ, ਨਾਸਕੀ ਉਚਾਰਨ ਹੈ ਤਾਂ। ਸਾਧ ਕਹਿ ਸੰਗ ਬੀਗਾ ਪੈਰ ਪੜ੍ਹਾਂਗੇ, ਉਹਦੇ ਅਰਥ ਸਾਨੂੰ ਕਲੀਅਰ ਨਹੀਂ ਹੋਣੇ। ਸਾਧ ਕਹਿ ਸੰਗ, ਗੁਰਮੁਖ ਪਿਆਰਿਆਂ ਦੇ ਸੰਗ ਵਿੱਚੋਂ ਨਹੀਂ ਬੀਂਗਾ ਪੈਰ। ਬੀਂਗਾ ਦਾ ਅਰਥ ਹੈ ਟੇਢਾ, ਟੇਢਾ ਦਾ ਅਰਥ ਹੈ ਪੈਰ ਮਾੜੇ ਪਾਸੇ ਨਹੀਂ ਜਾਂਦੇ। ਗੁਰਮੁਖ ਪਿਆਰਿਆਂ ਦੇ ਸੰਗ ਵਿੱਚੋਂ ਪੈਰ ਸਿੱਧੇ ਪਾਸੇ, ਸਤਸੰਗਤ ਵਾਲੇ ਪਾਸੇ, ਸੇਵਾ ਵਾਲੇ ਪਾਸੇ, ਪੁਰਸ਼ਾਰਥ ਵਾਲੇ ਪਾਸੇ ਤੁਰਦੇ ਨੇ। ਸਾਧ ਕੈ ਸੰਗ ਨਾਹੀ ਕੋ ਮੰਦਾ, ਗੁਰਮੁਖ ਪਿਆਰਿਆਂ ਦੇ ਸੰਗ ਵਿੱਚੋਂ ਬੰਦਾ ਕਿਸੇ ਦਾ ਮੰਦਾ ਸੋਚ ਹੀ ਨਹੀਂ ਸਕਦਾ, ਉਹਦੇ 'ਚ ਖਿਆਲ ਹੀ ਨਹੀਂ ਪੈਦਾ ਹੁੰਦਾ। ਕਿਸੇ ਦੇ ਬਾਰੇ ਮਾੜਾ ਸੋਚ ਜਾਏ ਵੀ ਤੇਰਾ ਕੱਖ ਨਾ ਰਹੇ, ਕਦੇ ਨਹੀਂ ਸੋਚੇਗਾ ਉਹਦੇ, ਕਿਉਂਕਿ ਉਹਦੇ ਜੀਵਨ 'ਚੋਂ ਮੈਲ ਨਿਕਲ ਗਈ ਮਾੜੇਪਨ ਵਾਲੀ, ਮਲੀਨਤਾ ਵਾਲੀ। ਹਾਂ, ਜਿੱਥੇ ਮੰਦੇ ਦੀ ਗੱਲ ਆਉਂਦੀ ਹੈ, ਗੁਰਮੁਖ ਪਿਆਰਾ ਇਹ ਜ਼ਰੂਰ ਕਹਿ ਦਿੰਦਾ, ਕਬੀਰ ਸਭ ਤੇ ਹਮ ਬੁਰੇ। ਨਹੀਂ ਤੇ ਦੋ ਬਿਰਤੀਆਂ ਨੇ ਸੰਸਾਰ ਦੇ ਅੰਦਰ। ਸ਼੍ਰੀ ਕ੍ਰਿਸ਼ਨ ਜੀ ਹਸਤਨਾਪੁਰ ਆਪਣੇ ਮੁਰੀਦਾਂ ਨੂੰ ਕਿਹਾ ਸੀ, ਯੁਧਿਸ਼ਟਰ ਨੂੰ, ਦੁਰਯੋਧਨ ਨੂੰ, ਵੀ ਸ਼ਾਮ ਤੱਕ ਤੁਸੀਂ ਹਸਤਨਾਪੁਰ ਵਿੱਚ ਲੱਭੋ, ਪਰ ਜਦੋਂ ਵਾਪਸ ਆਓਗੇ ਤੁਹਾਡੇ ਨਾਲ ਇੱਕ ਇੱਕ ਇਨਸਾਨ ਚਾਹੀਦਾ। ਗੁਰਦੇਵ ਕਿਹੜਾ ਇਨਸਾਨ ਚਾਹੀਦਾ? ਦੁਰਯੋਧਨ ਨੂੰ ਕਿਹਾ ਸੀ ਤੇਰੇ ਲਾਗੇ ਉਹ ਬੰਦਾ ਚਾਹੀਦਾ ਜਿਹੜਾ ਹਸਤਨਾਪੁਰ 'ਚ ਤੈਨੂੰ ਸਭ ਤੋਂ ਚੰਗਾ ਹੋ ਲੱਗੇ। ਤੇ ਯੁਧਿਸ਼ਟਰ ਨੂੰ ਕਿਹਾ ਸੀ ਉਹ ਬੰਦਾ ਲੱਭੀ ਜਿਹੜਾ ਸਭ ਤੋਂ ਮੰਦਾ ਹੋਏ। ਇੱਕ ਨੇ ਚੰਗਾ ਲੱਭ ਕੇ ਲਿਆਉਣਾ, ਇੱਕ ਨੇ ਮੰਦਾ ਲੱਭ ਕੇ ਲਿਆਉਣਾ। ਵੇਖੋ ਦੋ ਬਿਰਤੀਆਂ ਨੇ। ਸ਼ਾਮ ਨੂੰ ਦੋਨੋਂ ਵਾਪਸ ਆਏ ਸਨ, ਪਰ ਨਾਲ ਨਹੀਂ ਸੀ ਕੋਈ ਆਇਆ। ਕ੍ਰਿਸ਼ਨ ਨੇ ਪੁੱਛਿਆ ਸੀ ਯੁਧਿਸ਼ਟਰ ਨੂੰ ਵੀ ਕੋਈ ਦੂਜਾ ਤੇਰੇ ਨਾਲ ਕਿਉਂ ਨਹੀਂ ਆਇਆ? ਉਹ ਕਹਿਣ ਲੱਗਾ ਵੀ ਅਸਲ ਮੈਂ ਲੱਭਿਆ ਬਹੁਤ, ਪਰ ਮੈਨੂੰ ਕੋਈ ਮੰਦਾ, ਮੇਰੇ ਤੋਂ ਮੰਦਾ ਮਿਲਿਆ ਹੀ ਨਹੀਂ। ਦੁਰਯੋਧਨ ਤੂੰ ਕਿਉਂ ਨਹੀਂ ਲੈ ਕੇ ਆਇਆ ਚੰਗੇ ਬੰਦੇ ਨੂੰ? ਕਹਿਣ ਲੱਗਾ ਮੇਰੇ ਤੋਂ ਚੰਗਾ ਮੈਨੂੰ ਲੱਭਾ ਹੀ ਨਹੀਂ ਕੋਈ। ਕਈ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਤੋਂ ਚੰਗਾ ਕੋਈ ਨਹੀਂ, ਉਹ ਕਦੇ ਚੰਗੇ ਨਹੀਂ ਹੋ ਸਕਦੇ। ਤੇ ਕਈ ਬਹੁਤ ਨਿਮਰਤਾ 'ਚ ਆ ਕੇ ਤੇ ਸਿੱਖਦੇ ਉਹੀ ਨੇ ਜਿਹੜੇ ਇਹ ਗੱਲ ਸਮਝਦੇ ਨੇ ਵੀ ਸਾਰੇ ਮੇਰੇ ਤੋਂ ਚੰਗੇ ਨੇ। ਉਹ ਲਰਨਿੰਗ ਪਰਸਨ ਹੋਏਗਾ, ਬਹੁਤ ਕੁਝ ਸਿੱਖ ਲਏਗਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਉਹ ਬਹੁਤ ਕੁਝ ਲੱਭ ਲੈਂਦਾ ਜਿਹੜਾ ਇਸ ਬਿਰਤੀ ਵਾਲਾ ਹੈ, ਜਿਹਨੇ ਗੁਰਮੁਖ ਪਿਆਰਿਆਂ ਦੇ ਮਿਲਾਪ ਦੇ ਵਿੱਚੋਂ ਇਹ ਗੱਲ ਜਾਣ ਲਈ, ਅਨੁਭਵ ਦੇ ਵਿੱਚ ਲੈ ਆਂਦੀ। ਸਾਧ ਕੈ ਸੰਗ ਨਾਹੀ ਕੋ ਮੰਦਾ,
ਮੰਦਾ ਨਹੀਂ ਹੈ। ਆ ਗੁਰਮੁਖ ਪਿਆਰਿਆਂ ਦੇ ਮਿਲਾਪ ਚੋਂ ਇਹ ਵੀ ਸਮਝ ਆਉਂਦੀ ਹੈ, ਜੋ ਵਰਤਾਰਾ ਵਰਤ ਰਿਹਾ ਚੰਗਾ ਵਰਤ ਰਿਹਾ, ਚੰਗਾ ਹੈ। ਜੋ ਕਰਤੇ ਦੀ ਰਜਾ ਉਹਦੇ ਹੁਕਮ 'ਚ ਵਰਤ ਰਿਹਾ। ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਸੰਗਤ ਵਿੱਚ ਪਰਮਾਨੰਦ ਪਰਮ ਆਨੰਦ ਜਾਣੇ, ਉਹਨੂੰ ਜਾਣ ਲੈਣਾ, ਆਭੂਤੀ ਐਕਸਪੀਰੀਅੰਸ ਦੇ ਵਿੱਚ ਆ ਜਾਣਾ। ਸੁੱਖ ਸਰੀਰ ਤੱਕ ਹੁੰਦਾ ਹੈ, ਸੁੱਖ ਚਲੋ ਕਹੀਏ ਮਨ ਤੱਕ ਵੀ ਹੋ ਸਕਦਾ ਹੈ। ਇਹਦੇ ਤੋਂ ਅੱਗੇ ਆਨੰਦ ਹੈ, ਜਿਹੜਾ ਸਰੀਰ ਤੋਂ ਇੱਥੋਂ ਅੱਗੇ ਚਲਾ ਗਿਆ ਉੱਥੇ ਫਿਰ ਆਨੰਦ ਹੈ ਤੇ ਸੁੱਖ ਬਦਲ ਜਾਂਦਾ ਹੈ। ਤੁਸੀਂ ਵੇਖੋ ਸਾਈਕਲ ਦਾ ਸੁੱਖ ਹੈ, ਇੱਕ ਸੁੱਖ ਤੋਂ ਜਦੋਂ ਦੂਜਾ ਸੁੱਖ ਆਉਂਦਾ ਹੈ ਪਹਿਲਾ ਸੁੱਖ ਮੁੱਕ ਜਾਂਦਾ ਹੈ। ਸਾਈਕਲ ਦਾ ਸੁੱਖ ਹੈ, ਜਿਹਦੇ ਕੋਲ ਸਕੂਟਰ ਆ ਗਿਆ ਸਾਈਕਲ ਵਾਲਾ ਸੁੱਖ ਨਹੀਂ ਰਿਹਾ ਹੁਣ। ਜਿਹਦੇ ਕੋਲ ਕਾਰ ਆ ਗਈ ਸਕੂਟਰ ਵਾਲਾ ਸੁੱਖ ਨਹੀਂ ਰਿਹਾ। ਪੱਖੇ ਦਾ ਸੁੱਖ ਹੈ, ਜਿਹਦੇ ਕੋਲ ਏਸੀ ਆਇਆ ਹੁਣ ਪੱਖੇ ਵਾਲਾ ਸੁੱਖ ਨਹੀਂ ਰਿਹਾ। ਬਦਲਦਾ ਸੁੱਖ, ਇੱਕ ਦੀ ਥਾਂ ਦੂਜਾ ਲੈ ਲੈਂਦਾ। ਆਨੰਦ ਕਦੇ ਨਹੀਂ ਬਦਲਦਾ। ਆਨੰਦ ਅਵਸਥਾ ਹੀ ਇਹ ਹੈ ਜਿਹਦੇ 'ਚ ਕਦੇ ਤਬਦੀਲੀ ਉਣਤਾਈ ਆਉਂਦੀ ਹੀ ਨਹੀਂ, ਨਿਰੰਤਰ ਪਰਮ ਆਨੰਦ। ਤਾਂ ਹੀ ਸਾਹਿਬ ਨੇ ਕਿਹਾ ਗੁਰਮੁਖ ਪਿਆਰਿਆਂ ਦੇ ਮਿਲਾਪ ਦੇ ਵਿੱਚੋਂ ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੈ ਸੰਗ ਨਾਹੀ ਹੋਂ ਤਾਪ, ਹੋਂ ਹੰਕਾਰ ਬੁਖਾਰ ਚੜ੍ਹ। ਤਾਪ ਦਾ ਅਰਥ ਹੈ ਬੁਖਾਰ ਚੜ੍ਹਨਾ। ਜਿਨ੍ਹਾਂ ਕੋਲ ਸਾਧੂ ਸੰਗ ਹੁੰਦਾ ਹੈ ਉਹਨਾਂ ਨੂੰ ਹੰਕਾਰ ਦਾ ਬੁਖਾਰ ਨਹੀਂ ਚੜ੍ਹਦਾ, ਨਹੀਂ ਤੇ ਬੜਿਆਂ ਨੂੰ ਚੜ੍ਹ ਜਾਂਦਾ। ਉਹ ਡਾਕਟਰ ਦੇ ਪੈਮਾਨੇ 'ਚ ਨਹੀਂ ਕਈ ਵਾਰ ਆਉਂਦਾ, ਉਹ ਗੁਰੂ ਦੇ ਪੈਮਾਨੇ 'ਚ ਆਉਂਦਾ। ਤੋ ਜਿਨ੍ਹਾਂ ਕੋਲ ਗੁਰਮੁਖ ਪਿਆਰੇ ਸਾਧੂ ਜਨ ਸਤਿਗੁਰ ਦਾ ਮਿਲਾਪ ਹੈ, ਉਹ ਹਉਮੈ ਦੇ ਤਾਪ ਤੋਂ ਪ੍ਰਭਾਵ ਤੋਂ ਬਚ ਜਾਂਦੇ ਨੇ। ਸਾਧ ਕੈ ਸੰਗ ਤਜੈ ਸਭ ਆਪ, ਸਾਧ ਸੰਗਤ ਵਿੱਚੋਂ ਤਜੈ ਦਾ ਅਰਥ ਹੈ ਪਾਸੇ ਕਰ ਲੈਣਾ। ਆਪ ਨੂੰ, ਆਪ ਦਾ ਅਰਥ ਹੈ ਆਪਣੇ ਆਪੇ ਨੂੰ। ਆਪ, ਆਪ ਦਾ ਅਰਥ ਹੈ ਮੈਂ। ਤੋ ਜਿੱਥੇ ਸਾਧ ਸੰਗਤ ਦਾ ਪ੍ਰਤਾਪ ਹੁੰਦਾ ਉੱਥੋਂ ਮੈਂ ਸਵਾਰਥ ਮਿਟੇਗਾ, ਤਾਂ ਹੀ ਸੇਵਾ ਸ਼ੁਰੂ ਹੋਏਗੀ। ਤੇ ਜਦੋਂ ਕੋਈ ਵੀ ਕਰਮ ਉਹਦੇ ਨਾਲ ਸਵਾਰਥ ਹੋਏ ਉਹ ਸੇਵਾ ਨਹੀਂ ਬਣ ਸਕਦਾ। ਭਾਵੇਂ ਆਪਾਂ ਕਹਿ ਦਈਏ ਮੈਂ ਸੇਵਾ ਕਰਦਾ, ਪਰ ਜੇ ਸਵਾਰਥ ਹੈ ਉਹਦੇ ਪਿੱਛੇ, ਕੋਈ ਵੀ ਹੋਏ, ਕਿਸੇ ਪ੍ਰਕਾਰ ਦੀ ਵੀ ਮੰਗ ਹੋਏ, ਤਾਂ ਹੀ ਰੱਬ ਦੇ ਪਿਆਰਿਆਂ ਨੇ ਕਿਹਾ ਵਾਹਿਗੁਰੂ ਸਾਨੂੰ ਮੁਕਤੀ ਵੀ ਨਹੀਂ ਚਾਹੀਦੀ, ਮੈਨੂੰ ਉਹ ਵੀ ਨਹੀਂ ਚਾਹੀਦੀ। ਮੁਕਤ ਬੱਪੜੀ ਭੀ ਗਿਆਨੀ ਤਿਆਗੈ। ਰੱਬ ਦੇ ਪਿਆਰਿਆਂ ਨੇ ਉਹ ਵੀ ਇੱਛਾ, ਰੱਬਾ ਜਿੱਦਾਂ ਤੇਰੀ ਰਾਜੀ ਰਜ਼ਾ ਹੈ ਉੱਦਾਂ ਰੱਖ ਲੈ। ਤਾਂ ਹੀ ਤੇ ਭਾਈ ਮਨ ਜੀ ਨੇ ਕਿਹਾ ਸੀ, ਜਦੋਂ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਖੂਹ ਚੋਂ ਕੱਢਿਆ, ਲੰਗਰ ਦੀ ਸੇਵਾ ਵਾਸਤੇ ਲੱਕੜਾਂ ਲੈਣ ਗਏ, ਤੇ ਸੱਚ ਜਾਣਿਓ ਜਿਹੜਾ ਸੱਚ ਦੇ ਧਰਮ ਦੇ ਰਾਹ ਤੇ ਤੁਰਦਾ ਇਹਨਾਂ ਰੁਕਾਵਟਾਂ ਬੜੀਆਂ ਨੇ। ਬੜਾ ਕੁਝ ਰਾਹ, ਲੋਕ ਲਾਜ ਰਾਹ ਰੋਕਦੀ ਹੈ, ਬਹੁਤ ਕੁਝ ਹੈ। ਜਦੋਂ ਭਾਈ ਮੰਝ ਜੀ ਜਾ ਰਹੇ ਸਨ ਲੱਕੜਾਂ ਚੁੱਕ ਕੇ, ਹਵਾ ਆਈ, ਹਨੇਰੀ ਆਈ, ਧੂੜ ਆਈ, ਖੱਡਾ ਆਇਆ, ਡਿੱਗ ਗਏ। ਤੇ ਜਦੋਂ ਇੰਨੀਆਂ ਰੁਕਾਵਟਾਂ ਆਉਣ ਫਿਰ ਗੁਰੂ ਆਪ ਮਦਦ ਕਰਨ ਆ ਜਾਂਦਾ। ਜਿਸ ਬੰਦੇ ਦੀ ਤਲਬ ਨਾ ਹਟੇ, ਜਿਸ ਬੰਦੇ ਅੰਦਰੋਂ ਉਹ ਇੱਛਾ ਨਾ ਮੁੱਕੇ ਜੀਵਨ ਚੋਂ। ਤੋ ਭਾਈ ਮੰਝ ਜੀ ਖੂਹ 'ਚ ਡਿੱਗੇ ਸਨ, ਲੱਕੜਾਂ ਫਿਰ ਵੀ ਸਿਰ ਤੇ ਚੁੱਕੀਆਂ ਹੋਈਆਂ ਸੀ ਵੀ ਗੁਰੂ ਕੋਲ ਪਹੁੰਚਾਉਣੀਆਂ ਨੇ। ਵੇਖੋ ਰਾਹ ਭਾਵੇਂ ਰੁਕ ਗਿਆ, ਪਰ ਧਿਆਨ ਤੇ ਗੁਰੂ ਦਾ ਨਹੀਂ ਮਿਟਿਆ। ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਆਏ, ਭਾਈ ਮੰਝ ਜੀ ਨੂੰ ਬਾਹਰ ਕੱਢਿਆ, ਆਪਣੀ ਗਲਵਕੜੀ 'ਚ ਲਿਆ, ਮੁਖ ਤੋਂ ਬੋਲ ਆਖੇ ਸਨ, ਮੰਝ ਦੱਸ ਤੇਰੀ ਝੋਲੀ 'ਚ ਕੀ ਪਾਵਾਂ। ਵੇਖੋ ਸੇਵਾ ਨਿਸ਼ਕਾਮਤਾ ਉੱਥੇ ਆਉਂਦੀ ਜਿੱਥੇ ਸਵਾਰਥ ਨਾ ਰਹੇ। ਭਾਈ ਮੰਝ ਜੀ ਕਹਿਣ ਲੱਗੇ ਸੀ, ਸਤਿਗੁਰੂ ਜੇ ਤੁਸੀਂ ਬਖਸ਼ ਰਹੇ ਹੋ ਫਿਰ ਇਹ ਬਖਸ਼ਿਸ਼ ਕਰ ਦਿਓ, ਮੇਰੇ ਜੀਵਨ 'ਚੋਂ ਮੰਗ ਮੁੱਕ ਜਾਏ, ਮੈਂ ਕੁਝ ਸੇਵਾ ਕਰਾਂ, ਬੰਦਗੀ ਕਰਾਂ, ਤੇਰਾ ਧਿਆਨ ਤਰਾਂ, ਸਤਿਗੁਰੂ ਮੰਗਾਂ ਕੁਝ ਵੀ ਨਾ। ਬਸ ਸਤਿਗੁਰੂ ਅੱਗੇ ਤੋਂ ਮੰਗਣ ਦੀ ਭੁੱਖ ਹੀ ਮਿਟ ਜਾਏ।
ਤੇ ਧੰਨ ਗੁਰੂ ਅਰਜੁਨ ਦੇਵ ਸਾਹਿਬ ਕਹਿੰਦੇ ਤੈਨੂੰ ਮੰਗਣ ਦੀ ਲੋੜ ਨਹੀਂ, ਤੂੰ ਵੰਡਣ ਵਾਲਾ ਬਣ ਗਿਆ। ਮੰਝ ਪਿਆਰਾ ਗੁਰੂ ਕੋ, ਮੰਝ ਗੁਰੂ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਣਹਾਰ। ਹੁਣ ਤੁਸੀਂ ਡੁੱਬਣ ਵਾਲੇ ਨਹੀਂ ਰਹੇ। ਅਸੀਂ ਨਹੀਂ ਤੁਹਾਨੂੰ ਖੂਹ ਚੋਂ ਕੱਢਿਆ, ਤੁਸੀਂ ਪਤਾ ਨਹੀਂ ਕਿੰਨਿਆਂ ਨੂੰ ਜਹਾਜ਼ ਬਣ ਕੇ ਪਾਰ ਲੰਘਾਓਗੇ। ਉਹਨਾਂ ਦਾ ਜੀਵਨ, ਉਹਨਾਂ ਦੀ ਸਾਖੀ। ਤਾਂ ਮੈਂ ਬੇਨਤੀ ਕਰ ਰਿਹਾ, ਜਿਹੜੇ ਸਾਧੂ ਦਾ ਸੰਗ ਜਿਨ੍ਹਾਂ ਦੇ ਜੀਵਨ ਦੇ ਅੰਦਰ ਵਰਤਦਾ ਹੈ ਨਾ ਉਹ ਦਾਤ, ਤੇ ਉਹਨਾਂ ਨੇ ਆਪਣਾ ਸਵਾਰਥ ਪਾਸੇ ਕਰ ਲਿਆ। ਜਿਨੇ ਸਵਾਰਥ ਤੋਂ ਭਾਵੇਂ ਕੋਈ ਵੱਟਾ ਵੀ ਸੜਕ ਤੋਂ ਪਰੇ ਕਰਤਾ, ਇਹ ਵੀ ਸੇਵਾ ਹੈ। ਭਾਵੇਂ ਉਹ ਵੀ ਸੇਵਾ ਹੈ, ਪਰ ਇਹ ਨਾ ਹੋਏ ਕੋਈ ਵੇਖ ਰਿਹਾ, ਕੋਈ ਵੇਖੇਗਾ, ਕੋਈ ਇੱਛਾ ਹੋਏ। ਤੋ ਸਵਾਰਥ ਤੇ ਸੇਵਾ ਦੋਨੋਂ ਇਕੱਠੇ ਨਹੀਂ ਹੋਣਗੇ ਕਦੇ ਵੀ। ਲੱਗੇਗਾ ਕਈ ਵਾਰ ਬੰਦੇ ਨੂੰ ਵੀ ਮੈਂ ਦਿੱਤਾ ਹੈ, ਮੈਂ ਪਰਚੀ ਕਟਾ ਲਈ ਹੈ, ਮਾਫ ਕਰਨਾ, ਮਾੜਾ ਨਹੀਂ ਹੈ। ਪਰ ਧਿਆਨ ਜੇ ਪਰਚੀ ਵੱਲ ਹੀ ਰਿਹਾ, ਫਿਰ ਗੁਰੂ ਦੇ ਪਰਚੇ ਵੱਲ ਧਿਆਨ ਗਿਆ ਹੀ ਨਹੀਂ, ਫਿਰ ਬੜਾ ਮੁਸ਼ਕਿਲ ਹੋ ਜਾਣਾ। ਮੁਬਾਰਕ ਹੈ ਪਰਚੀ ਕਟਾਇਓ, ਪਰ ਤਾਂ ਜੇ ਗੁਰੂ ਦਾ ਪਰਚਾ ਲੈਣਾ ਹੈ ਤੇ ਉੱਥੇ ਗੁਰੂ ਦਾ ਪਰਚਾ ਜ਼ਰੂਰੀ ਹੈ। ਪਰ ਜੇ ਧਿਆਨ ਉੱਥੇ ਹੀ ਰਹਿ ਗਿਆ, ਫਿਰ ਜਿੱਥੇ ਸਵਾਰਥ ਹੈ ਸੇਵਾ ਨਹੀਂ ਹੈ। ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੈ ਸੰਸਾਰ। ਇੰਨਾ ਕੁ ਗੁਰੂ ਕੀ ਸੰਗਤ ਚੋਂ, ਗੁਰੂ ਦੀ ਬਾਣੀ ਚੋਂ ਸਾਡਾ ਅਨੁਭਵ ਡੂੰਘਾ ਹੋ ਜਾਏ, ਜਿੱਥੇ ਗੁਰਦੇਵ ਜੀ ਆਖਦੇ ਨੇ ਇਹ ਦਾਤ ਵਰਤ ਜਾਏ। ਕਿਸੇ ਵੀ ਰੂਪ ਦੇ ਅੰਦਰ ਅੰਦਰ ਮੈਂ ਹੋ ਨਾ ਰਹਿ ਜਾਏ। ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਨਿਆਈ। ਗੁਰਦੇਵ ਕਹਿੰਦੇ ਮਾਲਕ ਵਾਹਿਗੁਰੂ ਆਪ ਜਾਣਦਾ। ਜਿਹਦੇ ਜੀਵਨ ਅੰਦਰ ਗੁਰੂ ਦੇ ਸੰਗਤ ਦੇ ਅਨੁਭਵ ਦਾ ਪ੍ਰਗਟਾਵਾ ਹੁੰਦਾ ਹੈ, ਉਹ ਆਖਣਾ ਔਖਾ ਹੈ, ਦੱਸਦਾ ਬੰਦਾ। ਤੇ ਮਾਲਕ ਵਾਹਿਗੁਰੂ ਉਹਦੀ ਵਡਿਆਈ ਨੂੰ ਆਪ ਜਾਣਦਾ, ਉਹਨੂੰ ਕਹਿਣਾ ਨਹੀਂ ਪੈਂਦਾ, ਉਹਨੂੰ ਦੱਸਣਾ ਨਹੀਂ ਪੈਂਦਾ। ਫੁੱਲ ਖਿੜਿਆ ਹੋਏ ਭਵਰਾ ਪਹੁੰਚ ਜਾਂਦਾ। ਭਵਰੇ ਨੂੰ ਕਦੇ ਇਸ਼ਤਿਹਾਰ ਦਿੱਤਾ ਹੈ, ਭਾਈ ਸਾਹਿਬ ਜੀ ਆ ਜਾਓ ਲੰਗਰ ਚੱਲਣਾ, ਅਨਾਉਂਸਮੈਂਟ ਕੀਤੀ ਹੈ ਕਦੇ ਭਵਰੇ ਨੂੰ? ਉਹ ਕਿੱਥੇ ਜੰਗਲ 'ਚ ਫੁੱਲ ਖਿੜਿਆ ਹੋਏ, ਪਤੰਗੇ ਨੂੰ ਕਿਸੇ ਨੇ ਬਾਰ-ਬਾਰ ਅਨਾਉਂਸ ਨਹੀਂ ਕੀਤਾ ਵੀ ਦੀਵਾ ਜਗਣਾ ਆ ਜੀ, ਪਹੁੰਚ ਜਾਓ ਭਾਈ ਸਾਹਿਬ। ਤੇ ਅਸੀਂ ਤੇ ਅਨਾਉਂਸਮੈਂਟ ਵਿੱਚ ਵੀ ਨਹੀਂ ਕਈ ਵਾਰ ਪਹੁੰਚਦੇ। ਦੀਵਾ ਬਲਿਆ, ਪਤੰਗੇ ਚਿੰਨੀ ਖਿੱਚ ਪ੍ਰੀਤ ਹੈ, ਆਪਣੇ ਆਪ ਪਹੁੰਚ ਜਾਂਦਾ। ਉਹਨੂੰ ਰੋਕਣਾ ਚਾਹੇ ਉਹਨੇ ਨਹੀਂ ਰੁਕਣਾ। ਜਿੱਥੇ ਉਹ ਦਾਤ ਵਰਦੀ ਹੈ ਰੱਬ ਦੇ ਪਿਆਰੇ ਦੇ ਅੰਦਰ, ਇੰਨਾ ਕੁ ਰਸ, ਇੰਨਾ ਕੁ ਆਨੰਦ, ਇੰਨਾ ਕੁ ਸਮਰਪਣ ਹੈ। ਗੁਰਦੇਵ ਕਹਿੰਦੇ ਉਸ ਵਡਿਆਈ ਨੂੰ ਫਿਰ ਮਾਲਕ ਜਾਣਦਾ, ਉਹਨੂੰ ਦੱਸਣਾ ਨਹੀਂ ਪੈਂਦਾ, ਉਹਨੂੰ ਸਬੂਤ ਨਹੀਂ ਦੇਣਾ ਪੈਂਦਾ। ਜਿਹੜਾ ਸੇਵਾਦਾਰੀ ਦਾ ਜਾਂ ਆਪਣੇ ਗਿਆਨ ਦਾ ਸਬੂਤ ਦੇ ਰਿਹਾ ਹੈ, ਉਹ ਸਮਝ ਲਓ ਅਜੇ ਗਿਆਨ ਆਇਆ ਨਹੀਂ ਉਹਦੇ ਅੰਦਰ, ਅਜੇ ਦੱਸ ਰਿਹਾ ਮੈਂ ਗਿਆਨੀ ਹਾਂ, ਅਜੇ ਦੱਸ ਰਿਹਾ। ਸੂਰਜ ਨੂੰ ਸਬੂਤ ਨਹੀਂ ਦੇਣਾ ਪੈਂਦਾ ਵੀ ਮੇਰੀ ਚਮਕ ਬੜੀ ਹੈ, ਨਹੀਂ ਦੇਣ ਦੀ ਲੋੜ। ਧਰਤੀ ਨੂੰ ਸਬੂਤ ਨਹੀਂ ਦੇਣਾ ਪੈਂਦਾ ਵੀ ਮੈਂ ਬੜੀ ਵੱਡੀ ਹਾਂ। ਜਿਸ ਜੀਵਨ 'ਚ ਵਾਕਿਆ ਹੀ ਵਡਿਆਈ ਪ੍ਰਗਟ ਹੁੰਦੀ ਹੈ, ਉਹ ਆਪੇ ਪਤਾ ਲੱਗ ਜਾਂਦਾ। ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਤੋ ਦਾਤ ਵਰਤੀ ਸਾਹਿਬ ਕਹਿਣ ਲੱਗੇ, ਨਾਨਕ ਸਾਧ ਪ੍ਰਭੂ ਬਨਿਆਈ। ਬਹੁਤ ਵੱਡੀ ਗੱਲ ਹੈ। ਸੰਸਾਰ ਨਾਲ ਬਣ ਗਈ, ਪਰਿਵਾਰ ਨਾਲ ਬਣ ਗਈ, ਗੁਆਂਢੀਆਂ ਨਾਲ ਬਣ ਗਈ। ਬਹੁਤ ਵੱਡੀ ਗੱਲ ਹੈ ਕਿ ਇਹਦੀ ਰੱਬ ਨਾਲ ਬਣ ਜਾਏ। ਤੇ ਮੈਂ ਕਹਿੰਦਾ ਵੀ ਅਜੇ ਤੇ ਇੱਥੇ ਨਹੀਂ ਬਣੀ, ਉਹਦੇ ਨਾਲ ਤੇ ਬੜਾ ਮੁਸ਼ਕਲ ਹੈ। ਅਜੇ ਤੇ ਪਿਓ ਪੁੱਤ ਦੀ ਨਹੀਂ ਬਣੀ, ਅਜੇ ਤੇ ਸਾਨੂੰ ਸਹਿਣਾ ਹੀ ਨਹੀਂ ਆਇਆ, ਰਹਿਣਾ ਕਿੱਥੋਂ ਆਏਗਾ? ਤੋ ਜਿੱਥੇ ਉਹ ਦਾਤ ਵਰਤੀ ਸਾਹਿਬ ਕਹਿੰਦੇ ਛੋਟੀ ਮੋਟੀ ਨਹੀਂ, ਕਹਿਣਾ ਬੜਾ ਸੌਖਾ ਹੈ, ਪਰ ਮਾਰਗ ਬੜਾ ਵਿਚਿੱਤਰ ਹੈ, ਬਹੁਤ ਵਿਖਮ ਹੈ। ਜਿੱਥੇ ਕੋਈ ਸਵਾਰਥ ਨਹੀਂ ਰਹਿ ਗਿਆ, ਉੱਥੇ ਸੇਵਾ ਵੀ ਵਰਤ ਗਈ, ਉੱਥੇ ਸਿਮਰਨ ਵੀ ਵਰਤ ਗਿਆ। ਤੋ ਸਤਿਗੁਰ ਆਖਦੇ ਨੇ, ਸਾਧ ਕੈ ਸੰਗ ਨਾ ਕਬਹੂ ਧਾਵੈ। ਧਾਵੈ ਦਾ ਅਰਥ ਹੈ ਭਟਕਣਾ। ਉਹਦੇ ਜੀਵਨ 'ਚ ਫਿਰ ਕੋਈ ਭਟਕਣਾ ਨਹੀਂ ਰਹਿ ਗਈ, ਉਹ ਭਟਕਿਆ ਨਹੀਂ।
ਇੱਕ ਥਾਂ ਤੋਂ ਦੂਜੇ ਥਾਂ ਭਟਕਣਾ ਦਾ ਬਹੁਤ ਜ਼ਿਆਦਾ ਸੰਬੰਧ ਹੈ ਸਾਡੀ ਬਿਰਤੀ ਨਾਲ, ਸਾਡੇ ਮਨ ਨਾਲ ਭਟਕ ਰਿਹਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਭਾਈ ਸਾਹਿਬ ਜੀ ਬਾਣੀ ਪੜ੍ਹਦੇ ਆ ਮਨ ਭਟਕਦਾ ਹੈ। ਮੈਂ ਬੇਨਤੀ ਕਰਾਂ ਇਹ ਨਹੀਂ ਵੀ ਬਾਣੀ ਪੜ੍ਹਨ ਲੱਗੇ, ਵੇਖੋ ਰੋਟੀ ਖਾਣ ਲੱਗਿਆਂ ਕਿਹੜਾ ਮਨ ਉੱਥੇ ਹੈ, ਉਹ ਤਾਂ ਦੁਕਾਨ ਤੇ ਫਿਰ। ਹਾਂ ਠੀਕ ਹੈ, ਬਾਣੀ ਪੜ੍ਹਨ ਲੱਗਿਆਂ ਸਾਨੂੰ ਥੋੜ੍ਹਾ ਜਿਹਾ ਖਿਆਲ ਮਨ ਦਾ ਆ ਜਾਂਦਾ ਬਸ, ਬਾਕੀ ਕੰਮ ਕਰਨ ਲੱਗਿਆਂ ਕਿਹੜਾ ਮਨ ਟਿਕਿਆ ਰਿਹਾ। ਸਰੀਰ ਦਫ਼ਤਰ 'ਚ ਗਿਆ, ਮਨ ਕਿਹੜਾ ਉੱਥੇ ਰਿਹਾ, ਫਿਰ ਮਨ ਤੇ ਹਮੇਸ਼ਾ ਹੀ ਭਟਕਦਾ ਹੈ। ਇਹ ਨਾ ਇਲਜ਼ਾਮ ਲਾਇਆ ਕਰੀਏ ਵੀ ਬਾਣੀ ਪੜ੍ਹਨ ਲੱਗਿਆਂ ਹੀ ਭਟਕਦਾ, ਸਾਰਾ ਇਲਜ਼ਾਮ ਆਪਾਂ ਰੱਬ ਗੁਰੂ ਤੇ ਨਾ ਲਾਇਆ ਕਰੀਏ। ਜਦੋਂ ਬਾਕੀ ਕੰਮ ਕਰਦਾ ਹੈ ਮਨ ਤੇ ਉਦੋਂ ਵੀ ਭਟਕਦਾ ਹੈ, ਉਦੋਂ ਕਿਹੜਾ ਉੱਥੇ ਹੁੰਦਾ, ਤਨ ਕਿਤੇ ਹੁੰਦਾ ਹੈ, ਮਨ ਕਿਤੇ ਹੁੰਦਾ। ਇਹ ਹੈ ਭਟਕਣਾ। ਇਹ ਹੈ ਜੀਵਨ ਦਾ ਬਹੁਤ ਵੱਡਾ ਦੁਖਾਂਤ। ਵਰਤਮਾਨ 'ਚ ਨਹੀਂ ਆਪਾਂ ਰਹਿੰਦੇ, ਕਿਉਂਕਿ ਜਿੰਨਾ ਚਿਰ ਤੱਕ ਸਾਡੇ ਕੋਲ ਧਿਆਨ ਸੰਗਤ ਦਾ ਅਭਿਆਸ ਨਹੀਂ ਹੋਏਗਾ ਬੜਾ ਮੁਸ਼ਕਲ ਹੈ। ਜਿੰਨਾ ਚਿਰ ਤੱਕ ਉਹ ਸਾਵਧਾਨਤਾ ਜੀਵਨ 'ਚ ਨਹੀਂ ਬਣ ਆਉਂਦੀ, ਉਨਾ ਚਿਰ ਤੱਕ ਇਹ ਮੁਸ਼ਕਲ ਦਾ ਹੱਲ ਨਹੀਂ ਸਾਨੂੰ ਮਿਲਣਾ। ਜਿੰਨਾ ਚਿਰ ਤੱਕ ਅਸੀਂ ਵਰਤਮਾਨ ਵਿੱਚ ਨਹੀਂ ਰਹਿੰਦੇ, ਜਦੋਂ ਜ਼ਿਆਦਾ ਮੁਸ਼ਕਲ ਬਣੇ 1-2 ਮਿੰਟ ਵਾਸਤੇ ਜ਼ਰੂਰ, ਚਲੋ ਮੈਂ ਕਹਿੰਦਾ ਜਦੋਂ ਬੈਠੋਗੇ ਤੁਸੀਂ ਆਪਣੇ ਸਵਾਸਾਂ ਵੱਲ ਧਿਆਨ ਰੱਖ ਕੇ ਵੇਖਿਓ, ਉਹ ਵੀ ਨਹੀਂ ਹੁੰਦਾ। ਜੇ ਇਕਾਗਰਤਾ ਥੋੜ੍ਹੀ ਬਹੁਤ ਵਿਚਾਰਾਂ ਨੂੰ ਸੰਕੋਚਣਾ ਹੈ ਤੇ ਬਹਿ ਜਾਣਾ 1-2 ਮਿੰਟ, ਕੁਝ ਨਹੀਂ ਕਰਨਾ, ਕੋਈ ਵਿਚਾਰ ਨਹੀਂ, ਬਸ ਹਲੇ ਆਪਣੇ ਸਵਾਸਾਂ ਦਾ ਹੀ ਧਿਆਨ ਰੱਖਿਓ। ਸਾਹ ਆ ਰਿਹਾ ਜਾ ਰਿਹਾ, ਇਹਦੇ 'ਚੋਂ ਵੀ ਥੋੜ੍ਹਾ ਬਹੁਤ ਸਾਡੇ ਮਨ ਨੂੰ ਅੰਦਰ ਨੂੰ ਸਕੂਨ ਮਿਲੇਗਾ, ਕਿਉਂਕਿ ਇਹ ਅਭਿਆਸ ਹੈ ਵਰਤਮਾਨ ਵਿੱਚ ਰਹਿਣ ਦਾ। ਬਹੁਤ ਕੁਝ ਵਰਤ ਜਾਂਦਾ, ਆਪਣੇ ਹੋਣੇ ਨੂੰ ਅਸੀਂ ਮਹਿਸੂਸ ਹੀ ਨਹੀਂ ਕੀਤਾ ਕਦੇ। ਇਹ ਹੈ ਭਟਕਣਾ ਜੀਵਨ ਦੀ। ਤਾਂ ਗੁਰਦੇਵ ਕਹਿੰਦੇ ਬੜੀ ਵੱਡੀ ਦਾਤ ਸੰਗਤ 'ਚੋਂ, ਗੁਰਮੁਖ ਪਿਆਰਿਆਂ 'ਚੋਂ, ਗੁਰੂ ਦੇ ਮਿਲਾਪ 'ਚੋਂ ਮਿਲਦੀ ਹੈ। ਇਹ ਸਹਿਜੇ ਸਹਿਜੇ ਇਹ ਵਿੱਥ ਮਿਟਦੀ ਜਾਂਦੀ ਹੈ। ਬੀਤੇ 'ਚੋਂ ਨਿਕਲ ਕੇ, ਆਉਣ ਵਾਲੇ 'ਚੋਂ ਨਿਕਲ ਕੇ ਮਨ ਸਹਿਜੇ ਸਹਿਜੇ ਵਰਤਮਾਨ ਵਿੱਚ ਆਉਂਦਾ ਹੈ। ਇਹ ਬਹੁਤ ਵੱਡੀ ਪ੍ਰਾਪਤੀ ਹੈ ਸਾਧ ਸੰਗਤ ਦੀ। ਸਾਧ ਕੈ ਸੰਗ ਸਦਾ ਸੁਖ ਪਾਵੈ, ਇੱਕ ਸੁਖ ਹੈ ਸਦੀਵੀ ਹੈ ਜਿਹੜਾ ਸਾਧ ਸੰਗਤ 'ਚੋਂ ਮਿਲੇ। ਜਿਹੜੇ ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਇਹ ਸੁਖ ਹੈ ਸਦੀਵੀ ਜਿਹੜਾ ਸਾਧੂ ਗੁਰਮੁਖ ਪਿਆਰਿਆਂ ਦੇ ਸੰਗ 'ਚੋਂ ਮਿਲਿਆ। ਸਾਧ ਸੰਗ ਵਸਤ ਅਗੋਚਰ ਲਹੈ, ਵਸਤ ਵਸਤੂ ਅਗੋਚਰ। ਗੋਚਰ ਦਾ ਅਰਥ ਹੈ ਜੋ ਦਿਸ ਰਿਹਾ, ਜੋ ਸਾਹਮਣੇ ਹੈ। ਗੋਚਰ ਦਾ ਅਰਥ ਹੈ ਜਿਹਨੂੰ ਅੱਖਾਂ ਪਕੜ ਰਹੀਆਂ ਨੇ, ਜਿਹਨੂੰ ਕੰਨ ਪਕੜ ਰਹੇ ਨੇ, ਜਿਹਨੂੰ ਰਸਨਾ ਪਕੜ ਰਹੀ ਹੈ, ਉਹ ਗੋਚਰ ਹੈ। ਰੂਪ ਗੋਚਰ ਹੈ, ਸ਼ਬਦ ਗੋਚਰ ਹੈ, ਰਸ ਗੋਚਰ ਹੈ, ਸਮੈਲ ਗੋਚਰ ਹੈ, ਸਪਰਸ਼ ਗੋਚਰ ਹੈ। ਅਗੋਚਰ ਦਾ ਅਰਥ ਹੈ ਜਿਹੜਾ ਰੂਪ, ਰਸ, ਸ਼ਬਦ, ਸਪਰਸ਼, ਗੰਧ ਤੋਂ ਰਹਿਤ ਹੋ ਗਿਆ, ਉਹ ਅਗੋਚਰ ਹੈ। ਤਾਂ ਕਰਕੇ ਸੰਸਾਰ ਦਾ ਅਨੁਭਵ ਵੱਖਰੇ ਰੂਪ ਦਾ ਜਿਹੜਾ ਸਾਨੂੰ ਇੰਦਰੀਆਂ 'ਚੋਂ ਮਿਲਦਾ। ਆਪਣੇ ਅਸਲੇ ਦਾ ਅਨੁਭਵ ਵੱਖਰੇ ਰੂਪ ਦਾ ਹੈ। ਸਾਡੇ ਕੋਲ ਜਿੰਨੇ ਇੰਦਰੇ ਨੇ ਬਾਹਰ ਨੂੰ ਖੁੱਲ੍ਹਦੇ ਨੇ, ਅੱਖਾਂ ਬਾਹਰੋਂ ਵੇਖਣਗੀਆਂ, ਰਸਨਾ ਬਾਹਰ ਦਾ ਰਸ ਲੈਂਦੀ ਹੈ, ਕੰਨ ਬਾਹਰੋਂ ਸ਼ਬਦ ਸੁਣ ਰਹੇ ਨੇ, ਨਾਸਕਾ ਬਾਹਰ ਤੋਂ ਸਮੈਲ ਲੈ ਰਹੀ ਹੈ, ਤਵੱਚਾ ਬਾਹਰੋਂ ਠੰਡੇ ਗਰਮ ਸਖਤ ਕੂਲੇ ਦਾ ਪਤਾ ਲਾ ਦਿੰਦੀ ਹੈ। ਪਰ ਕੁਝ ਚੀਜ਼ਾਂ ਨੇ ਜਿਹੜੀਆਂ ਅੰਦਰੋਂ ਪ੍ਰਗਟ ਹੋਣੀਆਂ ਨੇ। ਕੁਝ ਅੰਮ੍ਰਿਤ ਰਸ ਹੈ, ਕੁਝ ਸੁੱਖ ਆਨੰਦ ਹੈ ਜਿਹਦਾ ਪ੍ਰਗਟਾਵਾ ਅੰਦਰੋਂ ਬਾਹਰ ਨੂੰ ਹੋਣਾ। ਉਹ ਬੜੀ ਵਿਚਿੱਤਰ ਯਾਤਰਾ ਹੈ, ਜਿਹੜੀ ਯਾਤਰਾ ਦੀ ਸ਼ੁਰੂਆਤ ਵੀ ਹੁੰਦੀ ਹੈ, ਜਿਹਦੇ 'ਚੋਂ ਪ੍ਰਾਪਤੀ ਵੀ ਹੁੰਦੀ ਹੈ, ਜਿੱਥੇ ਫਿਰ
ਸਾਧੂ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਵਸਤ ਅਗੋਚਰ ਲਹੈ। ਉਹ ਜਿਹੜੀ ਵਸਤੂ ਬਾਹਰ ਤੋਂ ਨਹੀਂ ਅੰਦਰ ਤੋਂ ਹੀ ਪਕੜ 'ਚ ਆ ਗਈ ਹੈ। ਬਾਹਰ ਤੋਂ ਨਹੀਂ ਅੰਦਰ ਤੋਂ ਹੀ, ਸੁੱਖ ਬਾਹਰੋਂ ਨਹੀਂ ਮਿਲਣਾ, ਅੰਦਰੋਂ ਹੀ ਮਿਲਣਾ ਨਾ, ਉਹ ਅਗੋਚਰ ਹੈ। ਆਨੰਦ ਅੰਦਰ ਦੀ ਹੀ ਪ੍ਰਾਪਤੀ ਹੈ, ਸੰਤੋਖ ਅੰਦਰ ਦੀ ਹੀ ਪ੍ਰਾਪਤੀ ਹੈ। ਤੋ ਜਿੱਥੇ ਉਸ ਅਗੋਚਰ ਮਾਲਕ ਦੇ ਅਨੁਭਵ ਨਾਮ ਦੀ ਪ੍ਰਾਪਤੀ ਹੋਈ ਹੈ, ਸਾਧੂ ਕੈ ਸੰਗ ਅਜਰ ਸਹਿ। ਅਜਰ, ਜਰ ਦਾ ਅਰਥ ਹੈ ਜਰਨਾ। ਬੜੀ ਵੱਡੀ ਦਾਤ ਹੈ ਕਿਸੇ ਦੇ ਜੀਵਨ 'ਚ ਅਜ਼ਰ ਨੂੰ ਜਿਹੜਾ ਜਰ ਲੈਂਦਾ। ਨਹੀਂ ਤੇ ਤੁਸੀਂ ਵੇਖਿਓ ਕਦੇ 4 ਇੱਟਾਂ ਬਨੇਰੇ ਤੇ ਗੁਆਂਢੀਆਂ ਨਾਲੋਂ ਵੱਧ ਲੱਗੀਆਂ, ਹੁਣ ਜਰਿਆ ਨਹੀਂ ਜਾਂਦਾ ਸਾਡੇ ਵੀ ਸਾਡੀ ਕੋਠੀ ਬੜੀ ਉੱਚੀ। ਧਨ ਜਰਿਆ ਨਹੀਂ ਜਾਂਦਾ, ਕੋਈ ਭਾਗਾਂ ਵਾਲਾ ਹੋਏਗਾ ਜਿਹੜਾ ਧਨ ਨੂੰ ਜਰ ਲੈਂਦਾ ਹੋਏਗਾ। ਕੋਈ ਪਦਵੀ ਮਿਲ ਜਾਣੀ, ਚੀਜ਼ਾਂ ਮਿਲ ਜਾਣੀਆਂ, ਧਨ ਮਿਲ ਜਾਣਾ ਸੌਖਾ ਹੈ, ਪਰ ਜਰਨਾ ਬਹੁਤ ਔਖਾ ਹੈ, ਯਾਦ ਰੱਖਿਓ। ਤੇ ਸੰਸਾਰ ਦਾ ਨਹੀਂ, ਧਾਰਮਿਕ ਜਗਤ ਦਾ ਵੀ। ਬੜੇ ਠੀਕ ਹੈ ਸਿੱਧ ਜੋਗੀ ਕੁਝ ਪ੍ਰਾਪਤੀਆਂ ਕਰ ਗਏ ਰਿੱਧਾਂ ਸਿੱਧਾਂ ਦੀਆਂ, ਪਰ ਜਰ ਨਹੀਂ ਸਕੇ। ਉਹ ਵੀ ਮਜੀਸ਼ੀਅਨ ਬਣ ਗਏ, ਲੋਕਾਂ ਨੂੰ ਡਰਾਉਣ ਲੱਗ ਪਏ, ਲੋਕਾਂ ਨੂੰ ਪ੍ਰਭਾਵਿਤ ਕਰਨ ਲੱਗ ਪਏ। ਤੋ ਬਹੁਤ ਵੱਡੀ, ਸਾਡੇ ਕੋਲ ਤੇ ਸੰਸਾਰ ਦੀਆਂ ਚੀਜ਼ਾਂ ਨਹੀਂ ਜਰੀਆਂ ਜਾਂਦੀਆਂ, ਉਹ ਤੇ ਬਹੁਤ ਵੱਡੀ ਗੱਲ ਹੈ। ਉਹ ਤੇ ਸਾਡੇ ਕੋਲ ਤੇ ਭਾਂਡੇ ਮਾਂਜ ਕੇ ਨਹੀਂ ਜਰੇ ਗਏ, ਸਾਡੇ ਕੋਲ ਤੇ ਜਪਜੀ ਸਾਹਿਬ ਪੜ੍ਹ ਕੇ ਨਹੀਂ ਜਰਿਆ ਗਿਆ। ਥੋੜ੍ਹਾ ਜਿਹਾ ਕੋਈ ਧਰਮ ਦਾ ਕਰਮ ਕੀਤਾ, ਜਿੰਨਾ ਚਿਰ ਤੱਕ 10-15 ਨੂੰ ਦੱਸਿਆ ਨਹੀਂ, ਜਰਿਆ ਹੀ ਨਹੀਂ ਗਿਆ। ਬਹੁਤ ਵੱਡੀ ਦਾਤ ਹੈ ਜਿਹੜਾ ਜਰਦਾ ਹੋਏਗਾ ਜੀਵਨ 'ਚ। ਜਿਹਦੇ ਕੋਲੋਂ ਸੁੱਖ ਨਹੀਂ ਜਰਿਆ ਗਿਆ, ਯਾਦ ਰੱਖਿਓ ਦੁੱਖ ਵੀ ਨਹੀਂ ਜਰਿਆ ਜਾਣਾ, ਵਾਧਾ ਨਹੀਂ ਜਰਿਆ ਗਿਆ, ਘਾਟਾ ਵੀ ਨਹੀਂ ਜਰਿਆ ਜਾਣਾ। ਉਹ ਤੇ ਬਹੁਤ ਵੱਡੀ ਗੱਲ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ। ਕੀ ਹੈ? ਅਜ਼ਰ ਨੂੰ ਚਿਰਨਾ ਹੀ ਤੇ ਹੈ ਸਾਰਾ ਕੁਝ, ਤੇ ਬੜੀ ਵੱਡੀ ਪ੍ਰਾਪਤੀ ਹੈ। ਜਿਹੜਾ ਅਜ਼ਰ ਨੂੰ ਜਰਦਾ, ਉੱਥੇ ਆਨੰਦ ਹੈ, ਉੱਥੇ ਸਹਿਜ ਹੈ, ਉੱਥੇ ਵਿਸਮਾਦ ਹੈ, ਉੱਥੇ ਦਸਮ ਦੁਆਰ ਦੀ ਅਨੁਭਵ ਦੀ ਪ੍ਰਾਪਤੀ ਹੈ। ਤੋ ਜਿੱਥੇ ਗੁਰਦੇਵ ਆਖਦੇ ਨੇ ਸਾਧੂ ਦਾ ਸੰਗ, ਗੁਰਮੁਖ ਪਿਆਰਿਆਂ ਦਾ ਮਿਲਾਪ ਬਣਿਆ, ਤੋ ਉੱਥੇ ਸਿੱਖ ਦਾ ਮਨ ਦਾ ਜਰ ਜਾਂਦਾ ਹੈ। ਸਾਧੂ ਕੈ ਸੰਗ ਅਜਰ ਜਰ ਹੈ। ਅਜਰ ਨੂੰ ਜਰ ਲੈਣਾ। ਆ ਸਰੀਰ ਤੇ ਆਰਾ ਚੱਲ ਰਿਹਾ ਹੈ, ਧਿਆਨ ਗੁਰੂ ਵੱਲ ਹੈ, ਜਰ ਨੂੰ ਹੀ ਤੇ ਜਰਨਾ ਹੈ। ਇੱਕ ਪਾਸੇ 2 ਚਰਖੜੀਆਂ ਨੇ, ਆਪਾਂ ਅਰਦਾਸ ਵਿੱਚ ਰੋਜ਼, ਉਹ ਤੇ ਬਹੁਵਚਨ ਹੈ ਬੜਿਆਂ ਦਾ। ਇੱਕ ਨੌਜਵਾਨ ਪੁੱਤ ਹੈ, ਜਵਾਨ ਪੁੱਤ, ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ, ਭਾਈ ਸੁਬੇਗ ਸਿੰਘ। ਉਹਦਾ ਪੁੱਤ ਭਾਈ ਸ਼ਾਹਬਾਜ਼ ਸਿੰਘ, ਲਾਹੌਰ ਦੇ ਰਹਿਣ ਵਾਲੇ, ਬਹੁਤ ਵੱਡੀ ਸਰਕਾਰੀ ਪੋਸਟ ਤੇ ਸਨ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ। ਚਲੋ ਉਹ ਕਾਜ਼ੀ ਕੋਲ ਪੜ੍ਹਨ ਜਾਂਦੇ ਸੀ, ਬੱਚਾ ਬੜੀ ਲਿਆਕਤ ਵਾਲਾ, ਜਿੱਦਾਂ ਭਾਈ ਨੰਦ ਲਾਲ ਜੀ ਨਾਲ ਵਾਪਰਿਆ ਸੀ। ਇਸੇ ਤਰ੍ਹਾਂ ਵੇਖਿਆ ਵੀ ਇਹਨਾਂ ਨੂੰ ਲਿਆਂਦਾ ਜਾਏ ਆਪਣੇ ਮਜ਼ਹਬ 'ਚ, ਗੱਲ ਨਹੀਂ ਬਣੀ। ਪਿਓ ਪੁੱਤਰ ਗ੍ਰਿਫਤਾਰ ਹੋਏ। ਸਾਹਮਣੇ ਚਰਖੜੀਆਂ ਨੇ, ਇੱਕ ਤੇ ਪੁੱਤਰ ਬੱਧਾ, ਇੱਕ ਤੇ ਪਿਓ ਬੱਧਾ ਹੋਇਆ। ਵੇਖੋ ਬੜੀ ਸੌਖਾ ਕਹਿ ਦਿੰਦੇ ਆਪਾਂ ਵੀ ਚਰਖੜੀਆਂ ਤੇ ਚੜ੍ਹੇ, ਬਹੁਤ ਸੌਖੇ। ਉਹ ਮੈਂ ਕਹਿੰਦਾ ਵੀ ਆਪਾਂ ਮਨ ਹੀ ਠਹਿਰਾ ਲਿਆ ਕਰੀਏ ਥੋੜ੍ਹਾ ਸਮਾਂ ਸੰਗਤ, ਅਰਦਾਸ, ਬਾਣੀ 'ਚ, ਉਹ ਨਹੀਂ ਠਹਿਰਦਾ ਕਈ ਵਾਰ। ਉਹ ਤੇ ਬਹੁਤ ਵੱਡੀ ਗੱਲ ਹੈ। ਚਰਖੜੀਆਂ ਚੱਲਦੀਆਂ ਨੇ, ਪਿਓ ਦਾ ਸੀਨਾ ਵਿੰਨਿਆ ਜੇ ਗਿਆ, ਪਿਓ ਦਾ ਖੂਨ ਪੁੱਤਰ ਦੇ ਉੱਤੇ ਡੁੱਲਦਾ, ਪੁੱਤ ਦਾ ਖੂਨ ਪਿਓ ਦੇ ਉੱਤੇ ਡੁੱਲਦਾ ਹੋਏ। ਬੱਧੇ ਨੇ ਨਾ ਦੋਨੋਂ, ਪਰ ਕੀ ਹੈ? ਅਜ਼ਰ ਨੂੰ ਜਰ ਗਏ। ਨਾ ਪਿਓ ਘਬਰਾਇਆ, ਨਾ ਪੁੱਤ ਘਬਰਾਇਆ। ਬਹੁਤ ਵੱਡੀ ਗੱਲ ਹੈ। ਇਹ ਸਰੋਪੇ ਲੈ ਕੇ, ਲਿਫਾਫੇ ਲੈ ਕੇ ਸਿੱਖੀ ਦੀ ਗੱਲ ਨਹੀਂ ਸਮਝਾਉਣੀ, ਯਾਦ ਰੱਖਿਓ। ਇਹ ਇਕੱਲੇ ਰਾਗੀ ਸੱਦ ਲੈ ਤੇ ਲੰਗਰ। ਮੈਂ 3 ਚੀਜ਼ਾਂ ਕਿਹਾ ਕਰਦਾ, ਮੈਨੂੰ ਮਾਫ ਕਰਿਓ। 3 ਚੀਜ਼ਾਂ ਨੇ, ਸਭ ਨੂੰ ਨਹੀਂ ਮੈਂ ਬੇਨਤੀ ਕਰਾਂ।
ਆਮ ਤੌਰ 'ਤੇ ਰਾਗੀ ਕਥਾਵਾਚਕ ਵੇਂਦੇ ਨੇ ਲਿਫਾਫੇ 'ਚ ਕੀ ਪਾਇਆ ਹੈ, ਪ੍ਰਬੰਧਕ ਵੇਂਦੇ ਨੇ ਗੋਲਕ ਵਿੱਚ ਕੀ ਆਇਆ, ਸੰਗਤ ਵੇਂਦੀ ਹੈ ਲੰਗਰ 'ਚ ਕੀ ਬਣਾਇਆ, ਮੈਨੂ ਕੀ ਹੈ। ਕੋਈ ਭਾਗਾਂ ਵਾਲਾ ਹੋਏਗਾ ਗਾਉਣ ਵਾਲਾ, ਕੋਈ ਪ੍ਰਬੰਧਕ, ਕੋਈ ਸੰਗਤ, ਜਿਹੜਾ ਇਹ ਵੇਂਦਾ ਸ਼ਬਦ ਵਿੱਚ ਕੀ ਸਮਾਇਆ, ਬਾਣੀ 'ਚ ਕੀ ਲਿਖਿਆ ਹੈ, ਗੁਰੂ ਦਾ ਸੁਨੇਹਾ ਕੀ ਹੈ। ਉੱਥੋਂ ਤੱਕ ਕੋਈ ਪਹੁੰਚਦਾ ਹੋਏਗਾ, ਨਹੀਂ ਤੇ ਫਿਰ ਇੱਕ ਪਾਸੇ ਲਿਫਾਫਾ ਹੈ, ਇੱਕ ਪਾਸੇ ਗੋਲਕ ਹੈ, ਇੱਕ ਪਾਸੇ ਲੰਗਰ ਹੈ। ਮੈਨੂੰ ਕਹਿਣ ਦੇਣਾ, ਮਾਫ ਕਰਨਾ, ਹਕੀਕਤ ਹੈ। ਇਹ ਨਾ ਹੋਏ ਲੰਗਰ ਦੇ ਖਰਚੇ ਵੱਧ ਜਾਣ, ਸ਼ਬਦ ਦਾ ਪਰਚਾ ਹੀ ਨਾ ਪਏ। ਤੇ ਇਹ ਹੋਰ ਹੈਰਾਨੀ ਦੀ ਗੱਲ ਹੈ, ਜਿਹੜਾ ਕਹਿ ਰਿਹਾ ਮੈਂ ਨਹੀਂ ਖਾਣਾ, ਮੈਂ ਨਹੀਂ ਖਾਣਾ, ਉਹਨੂੰ ਖਵਾ ਰਹੇ, ਛਕੋ ਜੀ ਛਕੋ, ਪੀਓ ਜੀ ਛਬੀਲ ਪੀਓ। ਜਿਹੜਾ ਕਹਿ ਰਿਹਾ ਮੈਂ ਘਰੋਂ ਪੀ ਕੇ ਆਇਆ ਸੀ, ਉਹਨੂੰ ਖਵਾ ਰਹੇ। ਤੇ ਜਿਹੜਾ ਖਾਣ ਵਾਲਾ ਹੈ ਉਹਦਾ ਕਈ ਵਾਰ ਚੇਤਾ ਨਹੀਂ ਆਉਂਦਾ। ਇਹ ਨਾ ਹੋਏ ਵੀ ਜਿਹੜਾ ਖਾਣਾ ਨਾ ਚਾਹੇ ਉਹਨੂੰ ਧੱਕੇ ਨਾ ਖਵਾ ਰਹੇ ਹੋਈਏ, ਉਹ ਸੇਵਾ ਨਹੀਂ ਰਹਿ ਜਾਣੀ ਫਿਰ। ਤੋ ਜਿੱਥੇ ਬੜੀ ਵੱਡੀ ਅਵਸਥਾ ਹੈ, ਮੇਰੇ ਸਾਹਿਬ ਆਖਦੇ ਨੇ, ਅਜ਼ਰ ਨੂੰ ਜ਼ਰ ਲੈਣਾ। ਐਵੇਂ ਨਹੀਂ ਸੇਵਾਦਾਰ, ਰੱਬ ਦੇ ਪਿਆਰੇ ਭਗਤ ਗੁਰਮੁਖ। ਆ ਵੇਖੋ, ਕਿਸੇ ਨੇ ਜ਼ੁਰਤ ਨਹੀਂ ਸੀ ਕੀਤੀ ਗੁਰੂ ਸਾਹਿਬ ਦੇ ਸਮੇਂ ਤੱਕ। ਆਪਾਂ ਸੰਤ ਬੁੱਢਾ ਜੀ ਨਹੀਂ ਕਹਿੰਦੇ, ਬਾਬਾ ਬੁੱਢਾ ਜੀ ਕਹਿੰਦੇ। ਆਪਾਂ ਸੰਤ ਗੁਰਦਾਸ ਜੀ ਨਹੀਂ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ। ਆਪਾਂ ਸੰਤ ਮਰਦਾਨਾ ਜੀ ਨਹੀਂ ਕਹਿੰਦੇ, ਭਾਈ। ਵੇਖੋ, ਕਿਸੇ ਨੇ ਜ਼ੁਰਤ ਨਹੀਂ ਕੀਤੀ। ਅੱਜ ਤੇ ਹਰੇਕ ਕਹਿੰਦਾ ਮੈਂ ਸੰਤ ਹੀ ਹਾਂ ਬਸ। ਇਹ ਕਿਸੇ ਨੇ ਜ਼ੁਰਤ ਨਹੀਂ ਕੀਤੀ ਗੁਰੂ ਕਾਲ ਦੇ ਸਮੇਂ ਵੀ ਮੈਂ ਆਪਣੇ ਨਾਮ ਅੱਗੇ ਸ਼ਬਦ ਲਵਾਉਣਾ। ਤੇ ਅੱਜ ਤੇ ਸ਼ੌਂਕ ਚੜ ਗਿਆ, ਅੱਜ ਤੇ ਬਹੁਤ ਛੇਤੀ ਵੀ ਬਸ ਇਹ ਬਣ ਜਾ। ਤੇ ਮੈਂ ਹੈਰਾਨ ਹੁੰਦਾ, ਇਤਿਹਾਸਕ ਸਥਾਵਾਂ ਦੀ ਪਛਾਣ ਭੁੱਲ ਗਈ। ਸਾਹਿਬ ਸ਼ਬਦ ਹੈ ਨਾ, ਜਿਹੜਾ ਸਾਹਿਬ ਸ਼ਬਦ, ਵੇਖਿਓ, ਖੈਰ ਮੇਰਾ ਵਿਸ਼ਾ ਹੁਣ ਦੂਸਰੇ ਪਾਸੇ ਚਲਾ ਗਿਆ। ਸਾਹਿਬ ਸ਼ਬਦ ਹੈ ਉਹ ਧਾਰਮਿਕ ਜਿਹੜੇ ਇਤਿਹਾਸਕ ਸਥਾਨ ਸੀ ਉਹਨਾਂ ਦੇ ਨਾਲ। ਵੈਸੇ ਗੁਰਦੁਆਰਾ ਸਾਹਿਬ ਇੱਕ ਮੁਕੰਮਲ ਸ਼ਬਦ ਹੈ, ਪਰ ਉਹ ਥਾਂ ਜਿਹੜਾ ਪਿੰਡ ਹੈ, ਮੰਨ ਲਓ ਜਿਵੇਂ ਆਪਾਂ ਕਹਿਤਾ ਊਨਾ ਸਾਹਿਬ, ਊਨਾ ਤੇ ਪਿੱਛ ਸ਼ਹਿਰ ਹੈ, ਸਾਹਿਬ ਕਿੱਥੋਂ ਹੋ ਗਿਆ, ਮਾਫ ਕਰਨਾ। ਢਿੱਡਾ ਸਾਹਿਬ, ਢਿੱਡਾ ਪਿੰਡ ਹੈ, ਸ਼ਹਿਰ ਕਿੱਥੋਂ ਹੋ ਗਿਆ, ਮਾਫ ਕਰਨਾ। ਸਾਹਿਬ ਉਹਨਾਂ ਥਾਵਾਂ ਨਾਲ ਲੱਗਦਾ ਜਿੱਥੇ ਗੁਰੂ ਦੇ ਚਰਨ ਛੂਹਣ। ਜਿਵੇਂ ਆਪਾਂ ਕਹਿੰਦੇ ਅੰਬ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਖਡੂਰ ਸਾਹਿਬ, ਪੰਜੋਖਰਾ ਸਾਹਿਬ, ਟੋਕਾ ਸਾਹਿਬ, ਦੁੱਖ ਨਿਵਾਰਨ ਸਾਹਿਬ। ਕਿਉਂਕਿ ਉੱਥੋਂ ਗੁਰੂ ਦੇ ਇਤਿਹਾਸਕ ਸਥਾਨਾਂ ਦੀ ਮਹੱਤਤਾ ਦਾ ਪਤਾ ਲਾ। ਹੁਣ ਪਿੰਡ ਪਿੰਡ ਨਾਲ ਸਾਹਿਬ ਜੋੜਤਾ, ਪਤਾ ਨਹੀਂ ਲੱਗਾ ਵੀ ਕਿਹੜਾ ਇਤਿਹਾਸਕ ਥਾਂ ਕਿਹੜਾ ਨਹੀਂ। ਮਾੜਾ ਨਹੀਂ ਹੈ ਜਿੱਥੇ ਗੁਰੂ ਦਾ ਪ੍ਰਕਾਸ਼। ਗੁਰਦੁਆਰਾ ਸਾਹਿਬ ਇੱਕ ਮੁਕੰਮਲ ਸ਼ਬਦ ਆਪਣੇ ਆਪ ਨੂੰ, ਹੋਰ ਤਖੱਲਸ ਦੀ ਲੋੜ ਨਹੀਂ ਪੈਂਦੀ ਉੱਥੇ। ਪਰ ਖੈਰ ਮੈਂ ਕਹਿ ਰਿਹਾ ਵੀ ਜਰਨਾ ਨਹੀਂ ਆਇਆ ਸਾਨੂੰ, ਉਹ ਲੁਕਾਉਣਾ ਨਹੀਂ ਆਇਆ। ਹਰੇਕ ਆਪਣੀ ਆਪਣੀ ਵਡਿਆਈ ਦੇ ਪਿੱਛੇ ਭੱਜ। ਮੇਰੇ ਨਾਮ ਅੱਗੇ ਵੀ ਸੰਤ ਲੱਗ ਜਾਏ, ਸਾਡੇ ਪਿੰਡ ਦੇ ਨਾਲ ਵੀ ਸਾਹਿਬ ਲੱਗ ਜਾਏ। ਖੈਰ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਤੋ ਸਾਹਿਬ ਜੀ ਆਖਦੇ ਨੇ, ਸਾਧੂ ਕੈ ਸੰਗ ਅਜਰ ਸਹੈ, ਸਾਧ ਕੈ ਸੰਗ ਬਸੈ ਥਾਨ ਉੱਚੈ। ਬਹੁਤ ਉੱਚਾ ਥਾਂ ਕਿਹੜਾ, ਉਹ ਮੰਡਲ, ਉਹ ਆਤਮਿਕ ਅਵਸਥਾ ਰੱਬ ਦੇ ਪਿਆਰਿਆਂ ਦੀ ਬਣੀ ਹੈ ਜੀਵਨ। ਸਰੀਰ ਰਹੇ ਨੇ, ਕਿੱਡੀ ਉੱਚੀ ਅਵਸਥਾ 'ਚ ਹੋਣਗੇ ਬਾਬਾ ਮਤੀ ਦਾਸ ਜੀ। ਕੀ ਕੁਝ ਹੋ ਰਿਹਾ ਸੀ ਸਰੀਰ ਨਾਲ, ਕਿੱਡੀ ਉੱਚੀ ਅਵਸਥਾ 'ਚ ਹੋਣਗੇ ਭਾਈ ਮਨੀ ਸਿੰਘ ਜੀ। ਇਹ ਹੈ ਬਸੈ ਥਾਨ ਉੱਚਾ। ਦੇਹ ਤੋਂ ਬਦੇ ਹੋ ਗਏ ਕਹਿ ਲਈਏ। ਜਿੰਨਾ ਚਿਰ ਤੱਕ ਕੋਈ ਦੇਹ ਤੱਕ ਹੈ, ਉਹ ਰੋਏਗਾ ਵੀ, ਭੰਗੜੇ ਵੀ ਪਾਏਗਾ, ਵੈੜ ਵੀ ਪਾਏਗਾ। ਜਿਹੜਾ ਦੇਹ 'ਚੋਂ ਬਦੇ ਹੋ ਗਿਆ, ਉਹ ਫਿਰ ਬੜਾ ਬਹੁਤ ਸਹਿਜ ਹੈ ਜੀਵਨ ਦੇ ਅੰਦਰ। ਤੋ ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਮਹਿਲ ਬੜੇ ਉੱਚੇ ਆਤਮਿਕ ਟਿਕਾਣੇ ਤੇ ਪਹੁੰਚ ਜਾਂਦਾ ਹੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਦ੍ਰਿੜੈ ਪਰਪੱਕ ਕਰ ਲੈਣਾ ਸਭ ਧਰਮ, ਸਾਰੇ ਗੁਣ। ਧਰਮ ਇੱਕ ਗੁਣ ਹੈ, ਧਰਮ ਇੱਕ ਮਰਿਆਦਾ ਹੈ, ਧਰਮ ਇੱਕ ਨਿਯਮ ਹੈ। ਉਹਦੀਆਂ ਅੱਖਾਂ ਵੀ ਧਰਮ ਦੇ 'ਚ ਵੱਜੀਆਂ ਰਹੀਆਂ, ਉਹਦੀ ਰਸਨਾ ਵੀ ਧਰਮ, ਉਹਦੇ ਕੰਨ ਵੀ ਧਰਮ 'ਚ ਵੱਜੇ ਰਹੇ, ਅੰਮ੍ਰਿਤ ਨਾਲ ਜੁੜੇ ਰਹੇ। ਧਰਮ 'ਚੋਂ ਹੀ ਅੰਮ੍ਰਿਤ ਪ੍ਰਗਟ ਹੋਣਾ, ਧਰਮ 'ਚੋਂ ਹੀ ਗੁਣ ਪ੍ਰਗਟ ਹੋਣੇ ਨੇ।
ਫਿਰ ਉਹਨਾਂ ਦਾ ਵੇਖਣਾ ਵੀ ਗੁਣ ਹੋ ਗਿਆ, ਬੋਲਣਾ ਵੀ ਗੁਣ ਹੋ ਗਿਆ, ਸੁਣਨਾ ਵੀ ਗੁਣ ਹੋ ਗਿਆ। ਤੋ ਜਿੱਥੇ ਗੁਰਮੁਖ ਪਿਆਰਿਆਂ ਦੇ ਮਿਲਾਪ ਚੋਂ ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰਬਨ, ਕੇਵਲ ਉਹੀ ਪਸਾਰਾ ਹੋਏਗਾ ਬੜਾ ਵੱਡਾ, ਪਰ ਧਿਆਨ ਕੇਵਲ ਉਹਦੇ 'ਚ ਹੀ ਹੈ। ਉਹਦਾ ਧਿਆਨ, ਉਹਦੀ ਸਾਧਨਾ ਕਦੇ ਟੁੱਟਦੀ ਨਹੀਂ ਹੈ। ਸਾਧ ਕਾ ਸੰਗ ਪਾਏ ਨਾਮ ਨਿਧਾਨ, ਨਿਧਾਨ ਖਜ਼ਾਨਾ, ਨਿਦਾਨ ਆਤਮਕ ਉਹ ਪ੍ਰਾਪਤੀ ਹੈ ਜਿਹੜੀ ਗੁਰਦੇਵ ਕਹਿੰਦੇ ਉਹ ਖਜ਼ਾਨਾ ਕਦੇ ਮੁੱਕਣ, ਟੁੱਟਣ, ਛੁੱਟਣ ਵਾਲਾ ਨਹੀਂ। ਨਿਰੰਤਰ ਉਹ ਖਜ਼ਾਨੇ, ਉਹ ਆਤਮਕ ਰਸ ਜੀਵਨ 'ਚ ਵਰਤਦਾ ਹੈ। ਨਾਨਕ ਸਾਧੂ ਕੈ ਕੁਰਬਾਨ, ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰਮੁਖ ਤੋਂ ਸਦੀਵੀ ਜੀਵਨ ਕੁਰਬਾਨ ਹੈ। ਸਾਧ ਕੈ ਸੰਗ ਸਭ ਕੁੱਲ ਉਧਾਰ ਹੈ, ਰੱਬ ਦੇ ਪਿਆਰੇ ਦੇ ਸੰਗ ਵਿੱਚੋਂ ਸਾਰੀ ਕੁੱਲ ਦਾ ਉਧਾਰ ਹੈ, ਕੁੱਲ ਪਰਿਵਾਰ ਜਿੰਨਾ ਵੀ ਹੈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ, ਗੁਰੂ ਪਿਆਰੇ ਸਾਧੂ ਜਨਾਂ ਦੀ ਸੰਗਤ ਵਿੱਚੋਂ ਜਿੱਥੇ ਸਾਹਿਬ ਕਹਿਣ ਲੱਗੇ ਸਾਜਨ ਮੀਤ, ਰੱਬ ਦੇ ਪਿਆਰੇ, ਕੁਟੰਬ ਪਰਿਵਾਰ ਨਿਸਤਾਰ ਹੈ, ਚੰਗੀ ਤਰ੍ਹਾਂ ਆਪਣਾ ਹੀ ਨਹੀਂ ਆਪਣੇ ਆਸੇ ਪਾਸੇ ਦਾ ਵੀ ਉਧਾਰ ਹੋ ਗਿਆ। ਫੁੱਲ ਖਿੜਦਾ ਹੈ, ਖੁਸ਼ਬੂ ਆਪਣੇ ਆਸੇ ਪਾਸੇ ਫੈਲਦੀ ਜ਼ਰੂਰ, ਹਰੇਕ ਚੀਜ਼ ਪ੍ਰਭਾਵਿਤ ਕਰਦੀ ਹੈ। ਜੇ ਇੱਕ ਮਾੜਾ ਬੰਦਾ ਪ੍ਰਭਾਵਿਤ ਕਰ ਰਿਹਾ ਹੈ, ਚੰਗਾ ਕਿਉਂ ਨਹੀਂ ਕਰੇਗਾ? ਤੁਸੀਂ ਜਾਂਦੇ ਹੋ, ਅਸੀਂ ਢੇਰ ਲਾਏ ਆ ਕੂੜੇ ਦੇ, ਵੇਖਿਓ ਲਾਗੋਂ ਲੰਘ ਕੇ ਵੇਖਿਓ, ਉਹ ਜਿੰਨੇ ਮਰਜ਼ੀ ਸ਼ੀਸ਼ੇ ਅੱਪ ਕਰ ਲਿਓ ਕਾਰ ਦੇ, ਉਹ ਬਦਬੂ ਆ ਹੀ ਜਾਣੀ ਹੈ। ਨਾ ਵੀ ਲੈ ਵੇਖੋ, ਹਰੇਕ ਚੀਜ਼ ਪ੍ਰਭਾਵਿਤ ਕਰੇਗੀ। ਜੇ ਫੁੱਲਾਂ ਦੀ ਬਗੀਚੀ ਉਹ ਵੀ ਪ੍ਰਭਾਵਿਤ ਕਰੇਗੀ, ਕੰਡਾ ਹੈ ਉਹ ਵੀ ਕਰੇਗਾ, ਧੁੱਪ ਹੈ ਉਹ ਵੀ ਕਰੇਗੀ ਸਰ, ਤੇ ਰੱਬ ਦਾ ਪਿਆਰਾ ਕਿਉਂ ਨਹੀਂ ਪ੍ਰਭਾਵਿਤ ਕਰੇਗਾ? ਗੁਰਮੁਖ ਪਿਆਰੇ ਦਾ ਸੰਗ ਐਵੇਂ ਹੈ ਕਿ ਆ ਗੁਰੂ ਦੀ ਸੰਗਤ ਐਵੇਂ ਹੀ ਹੈ ਵੀ ਬਹਿ ਕੇ ਤੇ ਉੱਠ ਕੇ ਚਲੇ ਗਏ, ਨਹੀਂ, ਜ਼ਰੂਰ ਹੋਏਗਾ ਪ੍ਰਭਾਵਿਤ। ਬਦਲਦਿਆਂ ਮਨ ਜ਼ਰੂਰ ਬਦਲੇਗਾ ਗੁਰਮੁਖ ਪਿਆਰੋ। ਤੋ ਜਿੱਥੇ ਸਾਹਿਬ ਕਹਿੰਦੇ ਇੱਕ ਦਾ ਨਹੀਂ ਸਭ ਦਾ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ, ਸਾਧੂ ਕੈ ਸੰਗ ਸੋ ਧਨ ਪਾਵੈ, ਉਹ ਧਨ ਪ੍ਰਾਪਤ ਹੁੰਦਾ ਜਿਸ ਧਨ ਤੇ ਸਭ ਕੋ ਵਰਸਾਵੈ, ਜਿਸ ਧਨ ਦੇ ਨਾਲ ਸਭ ਦਾ ਭਲਾ, ਉਹ ਧਨ ਮਿਲਿਆ ਜਿਹੜਾ ਧਨ ਬੰਦਾ ਸਭ ਨੂੰ ਵੰਡਣਾ ਚਾਹੁੰਦਾ ਹੈ, ਤੇ ਬਾਕੀ ਧਨ ਐਸਾ ਜਿਹੜਾ ਸਭ ਤੋਂ ਲੁਕਾਉਣਾ ਚਾਹੁੰਦੇ ਹਾਂ ਅਸੀਂ। ATM ਦਾ ਨੰਬਰ ਘਰ ਵਾਲੀ ਨੂੰ ਨਹੀਂ ਬੰਦਾ ਦੱਸਦਾ, ਪਿੰਨ ਨੰਬਰ ਨਹੀਂ ਦੱਸਦੇ ਆਪਾਂ। ਇੱਕ ਧਨ ਹੈ ਜਿਹੜਾ ਬੰਦਾ ਸਭ ਨੂੰ ਵੰਡਦਾ, ਵੰਡਿਆ ਜਿਨ੍ਹਾਂ ਨੂੰ ਮਿਲਿਆ ਰੱਬ ਦੇ ਪਿਆਰਿਆਂ, ਉਹ ਸਭ ਦਾ ਭਲਾ ਹੈ ਜਿਸ ਧਨ ਦੇ ਅੰਦਰ ਇੱਕ ਕੋ ਆ ਜਾਏ ਸਭ ਦਾ ਭਲਾ ਹੈ। ਤੁਸ ਗੁਰਦੇਵ ਆਖਦੇ ਨੇ ਸਾਧ ਸੰਗ ਧਰਮ ਰਾਏ ਕਰੇ ਸੇਵਾ, ਉੱਥੇ ਧਰਮ ਰਾਜ ਵੀ ਸੇਵਾ ਕਰਦਾ। ਭਾਵ ਨੂੰ ਧਰਮ ਰਾਜ ਤੋਂ ਡਰਨ ਦੀ ਲੋੜ ਨਹੀਂ ਹੈ, ਉਹਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਰਹਿ ਗਿਆ ਵੀ ਕੀ ਸਲੂਕ ਬਣੇਗਾ, ਚਿੱਤਰਗੁਪਤ ਕੀ ਕਹਿਣਗੇ, ਨਹੀਂ, ਵਾਸਤਾ ਨਹੀਂ ਰਿਹਾ। ਧਰਮ ਰਾਏ ਵੀ ਉੱਥੇ ਸੇਵਾ ਕਰਦਾ, ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਅਣਾ ਤੂੰ ਅਣਾ ਛੁਟੈ ਨਿਕਟ ਨਾ ਜਾਏ ਹੋ ਦੂਤ। ਗੁਰਦੇਵ ਨੇ 52 ਅੱਖਰੀ 'ਚ ਆਖੀ ਇਹ ਗੱਲ ਵੀ ਅੱਜ ਜਿਵੇਂ ਧਰਮ ਰਾਜ ਦੀ ਮੀਟਿੰਗ ਅੱਜ ਹੋਈ, ਚਿੱਤਰਗੁਪਤ ਬੁਲਾਏ, ਸਾਰੇ ਬੁਲਾ ਲਏ, ਤੇ ਮੀਟਿੰਗ 'ਚ ਬੜਾ ਵੱਡਾ ਫੈਸਲਾ ਜਿਹੜਾ ਉਹਨੇ ਕੀਤਾ ਹੈ, ਉਹ ਸਤਿਗੁਰ ਨੇ ਕਿਹਾ ਵੀ ਤੁਸੀਂ ਵੀ ਸੁਣ ਲਓ। ਧਰਮ ਰਾਜ ਦੀ ਮੀਟਿੰਗ 'ਚ ਫੈਸਲਾ ਇਹ ਹੋਇਆ ਹੈ ਵੀ ਜਿਹੜੇ ਉਹਦੇ ਨਾਲ ਦੇ ਸਾਥੀ ਦੂਤ ਨੇ ਵੀ ਸਾਰੇ ਸ਼ਹਿਰਾਂ 'ਚ ਜਾਇਓ, ਸੈਕਟਰਾਂ 'ਚ ਜਾਇਓ, ਪਿੰਡਾਂ 'ਚ ਜਾਇਓ, ਨਗਰਾਂ 'ਚ ਜਾਇਓ, ਪਰ ਜਿੱਥੇ ਰੱਬ ਦਾ ਪਿਆਰਾ ਬੰਦਗੀ ਕਰਦਾ ਉੱਥੇ ਤੁਸੀਂ ਨਹੀਂ ਜਾਣਾ, ਉੱਥੇ ਰੱਬ ਆਪੇ, ਉਹ ਰੱਬ ਦਾ ਮਾਮਲਾ ਹੈ, ਉਹ ਪਰਮਾਤਮਾ ਗੁਰੂ ਦਾ ਮਸਲਾ, ਉੱਥੇ ਤੁਸੀਂ ਨਾ ਆਇਓ ਕਦੇ, ਨਹੀਂ ਤੇ ਸਾਡੇ ਪੱਲੇ ਨਹੀਂ ਕੁਝ ਰਹਿ ਜਾਣਾ। ਰੱਬ ਦੇ ਪਿਆਰਿਆਂ ਦਾ ਮਸਲਾ ਰੱਬ ਨਾਲ ਹੀ ਹੁੰਦਾ ਹੈ, ਗੁਰੂ ਨਾਲ। ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋਣਾ ਤੂੰ ਨਾ ਛੁਟਿਓ ਨਿਕਟ ਨਾ ਜਾਇਓ ਦੂਤ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਉਹ ਵੀ ਸੇਵਾਦਾਰ। ਸਰਕਾਰ
ਪੁਲਿਸ ਵਾਲੇ ਸੇਵਾਦਾਰੀ ਨੇ ਜਿਹੜਾ ਨਿਯਮ 'ਚ ਰਹਿ ਰਿਹਾ, ਅਤੇ ਜਿਹਦੇ ਕੋਲ ਨਾ ਆਰਸੀ ਹੈ, ਨਾ ਪੋਲਿਊਸ਼ਨ ਹੈ, ਨਾ ਉਹਦੇ ਕੋਲ ਇੰਸ਼ੋਰੈਂਸ ਹੈ, ਫਿਰ ਪੜੀ ਜਾਏ ਭਾਵੇਂ ਔਖੀ ਘੜੀ ਨਾ ਦੇਖਣ ਦੇਈ, ਉਹ ਪਕੜ 'ਚ ਆ ਜਾਣਾ। ਜਿਹੜਾ ਨਿਯਮ 'ਚ ਨਹੀਂ ਚੱਲ ਰਿਹਾ ਫਿਰ ਉਹਦੇ ਵਾਸਤੇ ਤਾਂ ਦੰਡ ਹੈ ਹੀ ਹੈ ਨਾ। ਫਿਰ ਉਹਨਾਂ ਨੇ ਉਸੇ ਨਿਯਮ ਨੇ ਦੰਡ ਦੇ ਦੇਣਾ, ਉਸੇ ਨਿਯਮ ਨੇ ਆਜ਼ਾਦੀ ਵੀ ਦੇ ਦੇਣੀ। ਤੋ ਜਿਹੜੇ ਗੁਰਦੇਵ ਕਹਿੰਦੇ ਉਸ ਦੇ ਮਾਲਿਕ ਦੇ ਰਜਾ ਉਹਦੇ ਵਿਗਾਸ 'ਚ ਵਰਤ ਰਹੇ ਨੇ, ਫਿਰ ਸੇਵਾਦਾਰ ਨੇ ਸਭ ਉਹਦੇ ਵਾਸਤੇ। ਸਾਧ ਕੈ ਸੰਗ ਸ਼ੋਭਾ ਸੁਰ ਦੇਵਾ, ਸੁਰ ਦੇਵਤੇ ਬਹੁਤ ਵੱਡੀ ਸੇਵਾ ਸ਼ੋਭਾ ਹੈ ਉਹਨਾਂ ਦੀ, ਦੇਵਤਿਆਂ ਤੋਂ ਵੀ ਮਹਾਨ, ਵੱਡੀ ਤੋਂ ਵੱਡੀ। ਸਾਧੂ ਕੈ ਸੰਗ ਪਾਪ ਪਲਾਇਨ, ਪਲਾਇਨ ਚਲੇ ਜਾਣਾ। ਰੱਬ ਦੇ ਪਿਆਰਿਆਂ ਦੀ ਵਡਿਆਈ ਹੈ ਇਸੇ ਰੂਪ ਦੇ ਅੰਦਰ। ਉੱਥੇ ਪਾਪ ਜਿਹੜੇ ਨੇ ਛੱਡ ਗਏ ਦੇਸ਼, ਉਹਨਾਂ ਨੂੰ ਕੱਢ ਦਿੱਤਾ ਗਿਆ ਵੀ ਤੁਸੀਂ ਨਹੀਂ ਹੁਣ ਇੱਥੇ ਆਉਣਾ ਉਹਦੇ ਜੀਵਨ ਦੇ ਵਿੱਚ। ਤੋ ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਰੱਬ ਦੇ ਪਿਆਰੇ ਜਦੋਂ ਉਹਦੇ ਅੰਮ੍ਰਿਤ ਗੁਣਾਂ ਨੂੰ ਨਿਰੰਤਰ ਗਾਉਂਦੇ ਨੇ। ਸਾਧ ਕੈ ਸੰਗ ਸਰਬ ਥਾਨ, ਗਮ ਗਮ ਗਮਤਾ ਪਹੁੰਚ। ਸੋਝੀ ਸਾਧੂ ਸੰਗ ਚੋਂ ਪਤਾ ਲੱਗ ਜਾਂਦਾ ਹੈ ਵਾਹਿਗੁਰੂ ਤੇਰੀ ਪਹੁੰਚ ਸਭ ਥਾਵਾਂ 'ਤੇ ਹੈ। ਕਿੱਥੇ ਹੈ ਤੇਰੀ ਪਹੁੰਚ? ਨਹੀਂ ਹੈ, ਸਾਰੇ ਥਾਵਾਂ 'ਤੇ ਤੇਰੀ ਪਹੁੰਚ ਹੈ। ਅਤੇ ਤੇਰੀ ਪਹੁੰਚ ਤੋਂ ਵੱਡੀ ਤਾਂ ਹੀ ਰੱਬ ਦੇ ਪਿਆਰਿਆਂ ਨੇ ਸਿਫਾਰਿਸ਼ ਰੱਬ ਦੀ ਲਾਈ ਹੈ। ਰੱਬ ਦੀ ਸਿਫਾਰਿਸ਼ ਹੈ ਭਗਤਾਂ ਦੀ, ਰੱਬ ਦੇ ਗੁਰਮੁਖ ਜਨਾਂ ਦੇ ਜੀਵਨ ਦੇ ਅੰਦਰ। ਤੋ ਕਿਉਂਕਿ ਉਹਦੀ ਪਹੁੰਚ ਸਭ ਤੋਂ ਵੱਡੀ ਹੈ। ਤਾਂ ਹੀ ਤੇ ਭਗਤ ਰਵਿਦਾਸ ਜੀ ਆਖਦੇ ਨੇ, ਨਾਮ ਦਿਓ ਕਬੀਰ ਤਿਲੋਚਨ, ਸਦਨਾ ਸੈਣ ਤਰੈ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਪਰਮਾਤਮਾ ਕੋਲੋਂ ਸਭ ਕੁਰ ਸਰ ਆਉਂਦਾ, ਉਹਦੀ ਪਹੁੰਚ ਬੜੀ ਵੱਡੀ ਹੈ। ਤੋ ਨਾਨਕ ਸਾਧ ਕੈ ਸੰਗ ਸਫਲ ਜਨਮ। ਗੁਰਦੇਵ ਕਹਿੰਦੇ ਰੱਬ ਦੇ ਪਿਆਰੇ ਦੇ ਸੰਗ ਵਿੱਚੋਂ ਉਹਦਾ ਜੀਵਨ ਸਫਲ ਹੋ ਗਿਆ। ਜਿਹਨੂੰ ਸਾਧੂ ਦਾ, ਗੁਰੂ ਦਾ ਸੰਗ ਮਿਲਦਾ ਹੈ, ਉਹ ਵਡਿਆਈ ਜੀਵਨ 'ਚ ਵਰਤ ਜਾਂਦੀ ਹੈ। ਫਿਰ ਉਹਦਾ ਜੀਵਨ ਬੜਾ ਮਹਾਨ, ਬੜਾ ਉੱਚਾ, ਵਡਿਆਈ ਵਾਲਾ ਬਣ ਜਾਂਦਾ ਹੈ। ਗੁਰ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਸ਼ਬਦ ਗੁਰੂ ਆਸ਼ੀਰਵਾਦ ਘਾਟ ਆਖੇ ਜਾਂਦੇ ਨੇ।